सारे स्टूडेंट्स ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਖੈਰਾ ਸਟੱਡੀ ਸੈਂਟਰ ਤੇ ਅੱਜ ਅਸੀਂ ਚੈਪਟਰ ਸਟਾਰਟ ਕਰਨ ਲੱਗੇ ਨੈਕਸਟ, ਜਿਸ ਦਾ ਨਾਮ ਹੈ ਬੱਚੇ ਕੰਟੀਨਿਊਟੀ। ਬੱਚੇ ਕੈਲਕੂਲਸ ਦਾ ਫਸਟ ਚੈਪਟਰ ਹੈਗਾ ਕੰਟੀਨਿਊਟੀ। ਇਹਨੂੰ ਬੱਚੇ ਅੱਜ ਆਪਾਂ ਸਿੱਖਾਂਗੇ ਤੇ ਬੇਸਿਕ ਕਨਸੈਪਟ ਸਿੱਖਾਂਗੇ। ਠੀਕ ਹੈ ਬੱਚੇ, ਚੈਪਟਰ ਸਟਾਰਟ ਕਰਨ ਤੋਂ ਪਹਿਲਾਂ ਅਸੀਂ +1 ਦੇ ਵਿੱਚ ਇੱਕ ਚੈਪਟਰ ਕੀਤਾ ਸੀ ਲਿਮਿਟ ਐਂਡ ਡੈਰੀਵੇਟਿਵ। ਉਹਦੇ ਵਿੱਚ ਬੱਚੇ ਕਨਸੈਪਟ ਕੀਤਾ ਸੀ ਆਪਾਂ ਲਿਮਿਟ, ਤੇ ਪਹਿਲਾਂ ਬੱਚੇ ਥੋੜਾ ਜਿਹਾ ਲਿਮਿਟ ਵਾਲੇ ਕਨਸੈਪਟ ਨੂੰ ਰਿਵਾਈਜ਼ ਕਰਾਂਗੇ, ਕਿਉਂਕਿ ਕੰਟੀਨਿਊਟੀ ਦੇ ਵਿੱਚ ਲਿਮਿਟ ਦਾ ਜਿਹੜਾ ਬਹੁਤ ਹੀ ਜ਼ਿਆਦਾ ਯੂਜ਼ ਹੈਗਾ। ਠੀਕ ਹੈ, ਇਸ ਕਰਕੇ ਪਹਿਲਾਂ ਜੋ ਆਪਾਂ +1 'ਚ ਪੜ੍ਹਿਆ ਸੀ ਥੋੜਾ ਇੱਕ ਟਾਈਮ ਦੇ ਵਿੱਚ ਹੀ ਆਪਾਂ ਉਹਨੂੰ ਸਿੱਖਦੇ ਹਾਂ ਕਿ ਕੀ ਆਪਾਂ +1 ਦੇ ਵਿੱਚ ਕਨਸੈਪਟ ਪੜ੍ਹੇ ਸੀ। ਇੱਕ ਵਾਰੀ ਉਹਨੂੰ ਆਪਾਂ ਥੋੜਾ ਜਿਹਾ ਰਿਵਾਈਜ਼ ਕਰ ਲੈਂਦੇ ਹਾਂ। ਠੀਕ ਹੈ ਬੱਚੇ, ਸਟਾਰਟ ਕਰਦੇ ਹਾਂ ਬੱਚੇ। ਦੇਖੋ ਆਪਾਂ ਬੱਚੇ ਉੱਥੇ ਸਭ ਤੋਂ ਪਹਿਲਾਂ ਇੱਕ ਇਵੇਂ ਦਾ ਆਪਾਂ ਸਿੰਬਲ ਦੇ ਬਾਰੇ ਜਾਣਿਆ ਸੀ। ਬੱਚੇ ਪੜ੍ਹਦੇ ਕਿ ਆਪਾਂ ਕਿਉਂ ਇਸ ਸਿੰਬਲ ਨੂੰ ਯੂਜ਼ ਕੀਤਾ ਸੀ। ਦੇਖੋ ਬੱਚੇ, ਕੋਈ ਫੰਕਸ਼ਨ ਦੀ ਆਪਾਂ ਜੇ ਵੈਲਿਊ ਫਾਈਂਡ ਕਰਨੀ ਹੋਏ ਤੇ ਆਪਾਂ ਕੀ ਕਰਦੇ ਹਾਂ, ਕਿਸੇ ਵੀ ਨੰਬਰ ਨੂੰ ਆਪਾਂ ਉਸ ਫੰਕਸ਼ਨ 'ਚ ਸਬਸਟੀਟਿਊਟ ਕਰ ਦਿੰਦੇ, ਪੁੱਟ ਕਰਦੇ ਹਾਂ, ਤੇ ਜੋ ਸਾਡਾ ਆਨਸਰ ਆਉਂਦਾ ਫੰਕਸ਼ਨ ਦੀ ਵੈਲਿਊ ਹੁੰਦੀ ਆ। ਬਟ ਅਸੀਂ ਇਹ ਸੋਚਿਆ ਕਿ ਜੇ ਕਿਸੇ ਨੰਬਰ ਦੇ ਉੱਪਰ ਵੈਲਿਊ ਨਹੀਂ ਆਪਾਂ ਲੈਣੀ, ਮੀਨਸ ਫੰਕਸ਼ਨ ਦੀ ਵੈਲਿਊ ਕਿਸੇ ਨੰਬਰ ਦੇ ਬਿਲਕੁਲ ਇਕੁਅਲ ਟੂ ਨਹੀਂ, ਉਹਦੇ ਆਪਾਂ ਥੋੜੀ ਜਿਹੀ ਕਲੋਜ਼ ਵੈਲਿਊ ਪੁੱਟ ਕਰਨੀ ਹੋਏ, ਦੈਨ ਆਪਾਂ ਉੱਥੇ ਕਿਹੜਾ ਜਿਹੜਾ ਸਿੰਬਲ ਹੈ ਆਪਾਂ ਯੂਜ਼ ਕਰ ਸਕਦੇ ਹਾਂ। ਤੇ ਬੱਚੇ ਉਹ ਆਪਾਂ ਸਿੰਬਲ ਯੂਜ਼ ਕੀਤਾ ਸੀ ਇਹ ਵਾਲਾ। ਇਹਦਾ ਬੱਚੇ ਮਤਲਬ ਕੀ ਆ ਕਿ ਜਦੋਂ ਵੀ ਤੁਸੀਂ ਫੰਕਸ਼ਨ ਦੇ ਵਿੱਚ ਜਿਹੜੀ ਵੈਲਿਊ ਆ ਉਹ ਕਿਸੇ ਨੰਬਰ ਦੇ ਇਕੁਅਲ ਨਹੀਂ ਸਬਸਟੀਟਿਊਟ ਕਰਨੀ। ਮੀਨਸ ਮੰਨ ਲਓ ਸਾਡੇ ਕੋਲ ਕੋਈ ਵੀ ਰੀਅਲ ਨੰਬਰ ਸਾਡੇ ਕੋਲ ਹੈਗਾ, ਜੇ ਤੁਸੀਂ ਫੰਕਸ਼ਨ ਦੇ ਵਿੱਚ a ਨੂੰ ਸਬਸਟੀਟਿਊਟ ਨਹੀਂ ਕਰਨਾ, ਜੇ a ਦੇ ਵੈਰੀ ਕਲੋਜ਼ ਕੋਈ ਵੈਲਿਊ ਨੂੰ ਸਬਸਟੀਟਿਊਟ ਕਰਨਾ ਚਾਹੁੰਦੇ ਹੋ, ਦੈਨ ਆਪਾਂ ਬੱਚੇ ਉੱਥੇ ਫਿਰ ਕੀ ਕਰਦੇ ਆ, ਇਹ ਸਿੰਬਲ ਨੂੰ ਯੂਜ਼ ਕਰਦੇ। ਇਹਦਾ ਮਤਲਬ ਬੱਚੇ ਕੀ ਹੈਗਾ ਆ, x ਅਪਰੋਚਸ ਟੂ a। ਇਹਦਾ ਮਤਲਬ ਬੱਚੇ ਕੀ ਕਿ x ਦੀ ਵੈਲਿਊ a ਦੇ ਇਕੁਅਲ ਨਹੀਂ, x ਦੀ ਵੈਲਿਊ ਕੀ ਹੈਗੀ ਆ, ਵੈਰੀ ਕਲੋਜ਼ ਟੂ a ਹੈਗੀ ਆ। ਠੀਕ ਹੈ, ਇਹ ਸਿੰਬਲ ਦੇ ਬਾਰੇ ਅਸੀਂ ਲਿਮਿਟ ਦੇ ਵਿੱਚ ਸਟਾਰਟਿੰਗ ਤੇ ਉਦੋਂ ਪੜ੍ਹਿਆ ਸੀ। ਠੀਕ ਹੈ, ਹੁਣ ਜੇ ਬੱਚੇ ਕਿਸੇ ਵੀ ਨੰਬਰ ਦੇ ਆਪਾਂ ਵੈਰੀ ਕਲੋਜ਼ ਜਾਣਾ, ਤੇ ਬੱਚੇ ਵੈਰੀ ਕਲੋਜ਼ ਦੋ ਤਰੀਕਿਆਂ ਨਾਲ ਜਾ ਸਕਦੇ ਆ। ਪਹਿਲਾ ਬੱਚੇ ਤਰੀਕਾ ਕੀ ਹੋਏਗਾ, ਸਪੋਜ਼ ਇੱਥੇ ਨੰਬਰ ਹੈਗਾ ਸਾਡੇ ਕੋਲ 1, ਜੇ 1 ਦੇ ਬੱਚੇ ਵੈਰੀ ਕਲੋਜ਼ ਜਾਣਾ ਤੇ ਆਪਾਂ ਬੱਚੇ ਜਾ ਸਕਦੇ ਆ ਫਰੋਮ ਲੈਫਟ ਹੈਂਡ ਸਾਈਡ ਵੀ ਜਾ ਸਕਦੇ ਆ। ਠੀਕ ਹੈ, ਐਂਡ ਫਰੋਮ ਰਾਈਟ ਹੈਂਡ ਸਾਈਡ ਵੀ ਅਸੀਂ ਉਹਦੇ ਕਲੋਜ਼ ਜਾ ਸਕਦੇ ਆ। ਠੀਕ ਹੈ, ਕਿਉਂਕਿ ਆਪਾਂ ਕਿਹਾ ਜੀ ਵੈਲਿਊ ਜਿਹੜੀ ਆ ਇਕੁਅਲ ਟੂ ਨਹੀਂ ਸਬਸਟੀਟਿਊਟ ਕਰਨੀ ਕਿਸੇ ਫੰਕਸ਼ਨ 'ਚ, ਉਹਦੇ ਵੈਰੀ ਕਲੋਜ਼ ਕਰਨੀ ਆ। ਤੇ ਕਲੋਜ਼ ਬੱਚੇ ਦੋ ਤਰੀਕਿਆਂ ਨਾਲ ਜਾ ਸਕਦੇ ਆ। ਫਿਰ ਉਹਨਾਂ ਨੂੰ ਬੱਚੇ ਕਿਵੇਂ ਆਪਾਂ ਲਿਖਿਆ ਸੀ +1 ਕਲਾਸ ਦੇ ਵਿੱਚ, ਜੇ ਬੱਚੇ ਆਪਾਂ ਲੈਫਟ ਹੈਂਡ ਸਾਈਡ ਤੋਂ ਕਿਸੇ ਨੰਬਰ ਦੇ ਉੱਪਰ ਅਪਰੋਚ ਕਰਨਾ ਆ, ਦੈਨ ਲਿਖਦੇ ਸੀ x ਅਪਰੋਚਸ ਟੂ a। ਬੱਚੇ ਉੱਪਰ ਮਾਈਨਸ ਦਾ ਸਾਈਨ ਜਿਹੜਾ ਉਹ ਯੂਜ਼ ਕਰਦੇ ਸੀ। ਇਹਦਾ ਬੱਚੇ ਮਤਲਬ ਕੀ ਹੁੰਦਾ ਸੀ ਕਿ x tends to a from left hand side, means ਜੇ ਆਪਾਂ ਲੈਫਟ ਹੈਂਡ ਸਾਈਡ ਤੋਂ ਅਪਰੋਚ ਕਰਨਾ, ਦੈਨ ਆਪਾਂ ਬੱਚੇ x approaches to a ਨੈਗੇਟਿਵ ਸਾਈਨ ਜਿਹੜਾ ਯੂਜ਼ ਕਰਦੇ ਸੀ। ਨੈਗੇਟਿਵ ਉੱਪਰ ਮਾਈਨਸ ਦਾ ਸਾਈਨ ਹੁੰਦੇ ਸੀ। ਇਹਦਾ ਮਤਲਬ ਇਹ ਕਿ x ਦੀ ਵੈਲਿਊ a ਦੇ ਇਕੁਅਲ ਨਹੀਂ ਹੈ, a ਤੋਂ ਕੀ ਆ, ਥੋੜੀ ਜੀ ਲੈਸ ਹੈ। ਜੇ ਲੈਫਟ ਹੈਂਡ ਸਾਈਡ ਤੋਂ ਬੱਚੇ ਆਪਾਂ ਅਪਰੋਚ ਕਰਦੇ, ਮੀਨਸ ਆਪਾਂ ਥੋੜੀ ਜੀ ਲੈਸ ਵੈਲਿਊ ਲੈ ਰਹੇ ਹਾਂ, ਮਤਲਬ a ਦੇ ਇਕੁਅਲ ਨਹੀਂ, ਥੋੜੀ ਜੀ ਉਹਦੇ ਵੀ ਹੋਏਗੀ ਲੈਸ, ਬਟ ਵੈਰੀ ਕਲੋਜ਼ ਟੂ a ਫਰੋਮ ਲੈਫਟ ਹੈਂਡ ਸਾਈਡ। ਇਹਦੇ ਵਿੱਚ ਜੇ ਰਾਈਟ ਹੈਂਡ ਸਾਈਡ ਤੋਂ ਅਪਰੋਚ ਕਰਦੇ ਸੀ ਤਾਂ ਉਹਨੂੰ ਬੱਚੇ ਆਪਾਂ ਕਿਵੇਂ ਲੈਂਦੇ ਸੀ, x approaches to a positive, means x tends to a from right hand side। ਜੇ ਰਾਈਟ ਹੈਂਡ ਸਾਈਡ ਤੋਂ ਅਪਰੋਚ ਕਰਨਾ ਉਹਦੇ ਵਾਸਤੇ ਬੱਚੇ a ਆਪਾਂ ਸਿੰਬਲ ਯੂਜ਼ ਕਰਦੇ ਸੀ। ਇਹਦਾ ਮਤਲਬ ਇਹ ਹੁੰਦਾ ਕਿ x ਦੀ ਵੈਲਿਊ a ਦੇ ਇਕੁਅਲ ਨਹੀਂ ਆ, ਵੈਰੀ ਕਲੋਜ਼ ਟੂ a ਆ ਫਰੋਮ ਰਾਈਟ ਹੈਂਡ ਸਾਈਡ, ਮੀਨਸ a ਤੋਂ ਥੋੜੀ ਜੀ ਗ੍ਰੇਟਰ ਹੋਏਗੀ। ਜੇ ਆਪਾਂ ਇੱਥੋਂ ਕਹੀਏ ਕਿ 1 ਨੂੰ ਰਾਈਟ ਹੈਂਡ ਸਾਈਡ ਤੋਂ ਅਪਰੋਚ ਕਰਦੇ ਆ, ਤੇ ਇੱਥੇ ਬੱਚੇ ਦੀ ਵੈਲਿਊ ਆਏਗੀ ਸਾਡੇ ਕੋਲ, ਉਹ ਵੈਲਿਊ ਕੀ ਹੋਏਗੀ, 1 ਤੋਂ ਗ੍ਰੇਟਰ ਹੋਏਗੀ, ਬਟ ਵੈਰੀ ਕਲੋਜ਼ ਟੂ ਕੀ ਹੋਏਗੀ, 1। ਇਹ ਬੱਚੇ ਆਪਾਂ ਕਨਸੈਪਟ ਪੜ੍ਹਿਆ ਸੀ ਅਪਰੋਚ ਦਾ। ਜਦੋਂ ਕਿਸੇ ਵੀ ਫੰਕਸ਼ਨ ਦੇ ਵਿੱਚ ਆਪਾਂ ਕੋਈ ਵੈਲਿਊ ਕਿਸੇ ਨੰਬਰ ਦੇ ਇਕੁਅਲ ਟੂ ਨਹੀਂ, ਉਹਦੇ ਵੈਰੀ ਕਲੋਜ਼ ਪੁੱਟ ਕਰਦੇ ਸੀ, ਤੇ ਇਸ ਸਿੰਬਲ ਦਾ ਆਪਾਂ ਯੂਜ਼ ਕਰਕੇ ਸਬਸਟੀਟਿਊਟ ਕਰਦੇ ਸੀ। ਹੁਣ ਬੱਚੇ ਆਪਾਂ ਲਿਮਿਟ ਦੀ ਡੈਫੀਨੇਸ਼ਨ ਪੜ੍ਹਦੇ ਹਾਂ, ਜੋ ਆਪਾਂ +1 'ਚ ਪੜ੍ਹੀ ਸੀ, ਕਿਉਂਕਿ ਉਹਨੂੰ ਬੱਚੇ ਐਜ਼ ਇਟ ਇਜ਼ ਆਪਾਂ ਇੱਥੇ ਆਪਣੇ ਕੰਟੀਨਿਊਟੀ ਦੇ ਵਿੱਚ ਵੀ ਯੂਜ਼ ਕਰਨਾ ਹੈ। ਠੀਕ ਹੈ ਬੱਚੇ, ਸਟਾਰਟ ਕਰਦੇ ਆਪਾਂ ਹੁਣ ਅੱਗੇ ਲਿਮਿਟ ਦੀ ਡੈਫੀਨੇਸ਼ਨ ਨੂੰ। ਬੱਚੇ ਲਿਮਿਟ ਦੀ ਡੈਫੀਨੇਸ਼ਨ ਆਪਾਂ ਪੜ੍ਹਦੇ ਹਾਂ। ਠੀਕ ਹੈ, ਜੋ +1 'ਚ ਕੀਤੀ, ਇੱਕ ਥੋੜਾ ਜਿਹਾ ਬੱਚੇ ਉਹਨੂੰ ਆਪਾਂ ਰਿਵਾਈਜ਼ ਕਰ ਲੈਂਦੇ ਹਾਂ ਲਿਮਿਟ ਦੀ ਡੈਫੀਨੇਸ਼ਨ ਨੂੰ। ਬੱਚੇ ਅਸੀਂ ਪੜ੍ਹਿਆ ਸੀ ਲਿਮਿਟ ਕੀ ਹੁੰਦੀ ਹੈ, ਲਿਮਿਟ ਆਫ ਦੀ ਫੰਕਸ਼ਨ f(x) is a real number L as x tends to a if the value of f(x) approaches to L as x approaches to a। ਇਹਨੂੰ ਬੱਚੇ ਆਪਾਂ ਡਿਨੋਟ ਕਰਦੇ ਹਾਂ ਇਸ ਸਿੰਬਲ ਦੇ ਨਾਲ। ਬੱਚੇ ਦਾ ਮਤਲਬ ਕੀ ਸੀ ਲਿਮਿਟ ਦਾ, ਉੱਤੇ ਆਂਦੇ ਕਿ ਕੋਈ ਫੰਕਸ਼ਨ f(x) ਹੈਗਾ ਆ,
ठीक है, ਉਹਦੀ ਬੱਚੇ ਲਿਮਟ ਇੱਕ ਰੀਅਲ ਨੰਬਰ ਕੋਈ L ਹੋਏਗੀ ਕਦੋਂ, ਜਿਵੇਂ x ਟੈਂਡਸ ਟੂ a ਕਰਦਾ ਪਿਆ, ਆਪਾਂ ਕਦੋਂ ਕਵਾਂਗੇ ਕਿ fx ਫੰਕਸ਼ਨ ਦੀ ਲਿਮਟ ਜਿਹੜੀ ਆ ਉਹ L ਹੋਏਗੀ, ਜਦੋਂ ਬੱਚੇ ਜਿਵੇਂ ਜਿਵੇਂ ਆਪਾਂ ਜਿਹੜਾ x ਹੈਗਾ ਆ ਉਹਨੂੰ a ਤੇ ਅਪਰੋਚ ਕਰਦੇ ਆ, ਜਿਹੜੇ fx ਆ ਉਹ ਕਿਹਦੇ ਤੇ ਅਪਰੋਚ ਹੋਣਾ ਚਾਹੀਦਾ ਆ, L ਤੇ। ਜੇ ਬੱਚੇ fx if the value of fx approaches to L as x approaches to a, then ਆਪਾਂ ਕਹਿ ਸਕਦੇ ਹਾਂ ਕਿ ਜਿਹੜਾ fx ਹੈਗਾ ਆ ਉਹਦੀ ਲਿਮਟ ਕੀ ਹੈਗੀ ਆ, L। ਠੀਕ ਹੈ, ਨੂੰ ਸਿੰਬਲਿਕਲੀ ਆਪਾਂ ਸਮਝਦੇ ਹਾਂ। ਦੇਖੋ ਕਹਿ ਰਹੇ ਕਿ ਜਿਵੇਂ ਜੇ ਆਪਾਂ x ਨੂੰ a ਤੇ ਅਪਰੋਚ ਕਰਾ ਰਹੇ ਹਾਂ, ਮੀਨਸ x ਦੀ ਵੈਲਿਊ a ਦੇ ਵੈਰੀ ਕਲੋਜ਼ ਆਪਾਂ ਸਬਸਟੀਟਿਊਟ ਕਰ ਰਹੇ ਹਾਂ, ਤੇ ਜੇ ਬੱਚੇ ਫੰਕਸ਼ਨ ਜਿਹੜਾ ਆ ਉਹ L ਵੱਲ ਨੂੰ ਕੋਈ ਵੈਲਿਊ ਆ ਜੇ ਉਹਦੇ ਵੱਲ ਨੂੰ ਅਪਰੋਚ ਕਰਦਾ ਆ, ਠੀਕ ਹੈ, ਜਿਵੇਂ ਆਪਾਂ x ਨੂੰ a ਵੱਲ ਨੂੰ ਅਪਰੋਚ ਕਰਾ ਰਹੇ ਹਾਂ, ਜੇ fx ਕਿਸੇ L ਵੈਲਿਊ ਨੂੰ ਅਪਰੋਚ ਕਰਦਾ, ਉਸ L ਵੈਲਿਊ ਨੂੰ ਬੱਚੇ ਆਪਾਂ ਕੀ ਕਵਾਂਗੇ, ਲਿਮਿਟ ਆਫ fx ਕਵਾਂਗੇ। ਠੀਕ ਹੈ, ਨੈਕਸਟ ਲਿਮਿਟ ਬੱਚੇ ਪੜਿਆ ਸੀ ਐਗਜ਼ਿਸਟ ਕਦੋਂ ਕਰਦੀ ਆ, ਲਿਮਿਟ ਬੱਚੇ ਐਗਜ਼ਿਸਟ ਕਦੋਂ ਕਰੇਗੀ, ਕਿਉਂਕਿ ਆਪਾਂ ਜੇ ਕਿਸੇ ਵੀ ਵੈਲਿਊ ਤੇ ਅਪਰੋਚ ਕਰਨਾ ਤੇ ਦੋਨੋਂ ਸਾਈਡ ਤੋਂ ਅਪਰੋਚ ਕਰ ਸਕਦੇ ਆ, ਫਰੋਮ ਲੈਫਟ ਹੈਂਡ ਸਾਈਡ ਐਂਡ ਫਰੋਮ ਰਾਈਟ ਹੈਂਡ ਸਾਈਡ। ਜਦੋਂ ਬੱਚੇ ਆਪਾਂ ਫਰੋਮ ਲੈਫਟ ਹੈਂਡ ਸਾਈਡ ਅਪਰੋਚ ਕਰਨਾਗੇ ਫੰਕਸ਼ਨ ਤੇ, ਉਹਨੂੰ ਬੱਚੇ ਕਿਵੇਂ ਲਿਖਣਾ ਸੀ, x ਅਪਰੋਚਸ ਟੂ, ਉੱਪਰ ਬੱਚੇ a ਮਾਈਨਸ ਸਾਈਨ ਪਾ ਕੇ, ਠੀਕ ਹੈ, fx। ਠੀਕ ਹੈ, ਇਹ ਬੱਚੇ ਕੀ ਹੋ ਗਿਆ ਸਾਡਾ ਕਿ ਆਪਾਂ a ਦੇ ਉੱਪਰ ਅਪਰੋਚ ਕਰਦੇ ਵੀ ਫੰਕਸ਼ਨ ਤੇ ਫਰੋਮ ਲੈਫਟ ਹੈਂਡ ਸਾਈਡ। ਜੇ ਬੱਚੇ ਰਾਈਟ ਹੈਂਡ ਸਾਈਡ ਤੋਂ ਅਪਰੋਚ ਕਰਨਾ ਹੋਏ ਤਾਂ ਕਿਵੇਂ ਲਿਖਦੇ ਸੀ, ਕਿਸ a ਨੰਬਰ ਤੇ ਸਪੋਜ਼ ਆਪਾਂ ਰਾਈਟ ਹੈਂਡ ਸਾਈਡ ਤੋਂ ਅਪਰੋਚ ਕਰਨਾ, ਉਹਨੂੰ ਬੱਚੇ ਕਿਵੇਂ ਲਿਖਣਾ, a ਪੋਜ਼ਿਟਿਵ fx, ਤੇ ਉੱਪਰ ਬੱਚੇ ਪੋਜ਼ਿਟਿਵ ਸਾਈਨ ਪਾਉਂਦੇ ਸੀ। ਤੇ ਬੱਚੇ ਲਿਮਿਟ ਆਪਾਂ ਪੜਿਆ ਸੀ ਐਗਜ਼ਿਸਟ ਕਦੋਂ ਕਰਦੀ ਆ, ਜਦੋਂ ਲੈਫਟ, ਇਸ ਲਿਮਿਟ ਨੂੰ ਜੇ ਆਪਾਂ ਲੈਫਟ ਹੈਂਡ ਸਾਈਡ ਤੋਂ ਅਪਰੋਚ ਕਰਦੇ ਤਾਂ ਬੱਚੇ ਨਾਮ ਕੀ ਆਪਾਂ ਦਿੰਦੇ ਆ, ਲੈਫਟ ਹੈਂਡ ਲਿਮਿਟ। ਤੇ ਜੇ ਬੱਚੇ ਆਪਾਂ ਰਾਈਟ ਹੈਂਡ ਸਾਈਡ ਤੋਂ ਅਪਰੋਚ ਕਰਦੇ, ਨਾਮ ਕੀ ਦਿੰਦੇ ਆ ਬੱਚੇ ਆਪਾਂ, ਰਾਈਟ ਹੈਂਡ ਲਿਮਿਟ। ਕਿ ਲਿਮਿਟ ਕਦੋਂ ਐਗਜ਼ਿਸਟ ਕਰੇਗੀ, ਜੋ ਲੈਫਟ ਹੈਂਡ ਲਿਮਿਟ ਜਿਹੜੀ ਆ ਉਹ ਇਕੁਅਲ ਟੂ ਹੋਏਗੀ ਰਾਈਟ ਹੈਂਡ ਲਿਮਿਟ ਤੇ ਆਪਾਂ ਬੱਚੇ ਕਹਿ ਦਿੰਦੇ ਆ ਲਿਮਿਟ ਐਗਜ਼ਿਸਟ। ਠੀਕ ਹੈ, ਬਟ ਬੱਚੇ ਆਪਾਂ ਲਿਮਿਟ ਦਾ ਕਨਸੈਪਟ ਪੜ੍ਹਦੇ ਕਿਉਂ ਸੀ, ਕਿਉਂਕਿ ਕੁਝ ਇਦਾਂ ਦੇ ਫੰਕਸ਼ਨਸ ਵੀ ਸਾਡੇ ਕੋਲ ਸੀ ਜਿਨ੍ਹਾਂ ਫੰਕਸ਼ਨਸ ਦੇ ਉੱਪਰ ਜੇ ਫੰਕਸ਼ਨ ਜਿਹੜੇ ਰਹੇ ਕਿਸੇ ਇੱਕ ਪੁਆਇੰਟ ਦੇ ਉੱਪਰ ਡਿਫਾਈਨ ਨਹੀਂ ਸੀ ਹੁੰਦੇ, ਤੇ ਆਪਾਂ ਉਹਦੇ ਵੈਰੀ ਕਲੋਜ਼ ਚੈੱਕ ਕਰਦੇ ਸੀ ਕਿ ਉਹਨਾਂ ਦੀ ਵੈਲਿਊ ਕੀ ਆ ਰਹੀ, ਜੋ ਉਹਨਾਂ ਦੇ ਵੈਰੀ ਕਲੋਜ਼ ਵੈਲਿਊ ਹੁੰਦੀ ਸੀ ਉਹਨੂੰ ਆਪਾਂ ਨਾਮ ਦਿੰਦੇ ਸੀ ਲਿਮਿਟ ਦਾ। ਠੀਕ ਹੈ, ਜਿਵੇਂ ਐਗਜ਼ਾਮਪਲ ਦੇ ਨਾਲ ਦੇਖੀਏ ਕਿ ਸਪੋਜ਼ ਸਾਡੇ ਕੋਲ fx ਫੰਕਸ਼ਨ ਹੈਗਾ x² - 1 upon x - 1। ਠੀਕ ਹੈ, ਜੇ ਸਪੋਜ਼ ਦੇਖੋ ਬੱਚੇ ਇੱਥੇ ਆਪਾਂ x ਦੀ ਵੈਲਿਊ 1 ਦੇ ਉੱਪਰ ਦੇਖਣਾ ਕਿ ਫੰਕਸ਼ਨ ਦੀ ਵੈਲਿਊ ਕੀ ਆ ਰਹੀ ਆ, ਤੁਸੀਂ ਦੇਖੋਗੇ ਜੇ 1 ਇੱਥੇ ਮੈਂ ਸਬਸਟੀਟਿਊਟ ਕਰਦਾ, ਨੀਚੇ ਬੱਚੇ ਆ ਜਾਏਗਾ 1 - 1 0 ਆ ਜਾਏਗਾ, ਇਹ ਬੱਚੇ ਕਹਿ ਜੂਗੀ 0/0 ਫਾਰਮ ਆ ਜਾਏਗੀ, ਮੀਨਸ 1 ਦੇ ਉੱਪਰ ਜਿਹੜਾ ਸਾਡੇ ਕੋਲ ਇੱਥੇ ਆਨਸਰ ਹੈਗਾ ਉਹ ਨਾਟ ਡਿਫਾਈਨਡ ਆ ਜਾਏਗਾ, ਮੀਨਸ 1 ਦੇ ਉੱਪਰ ਇਸ ਫੰਕਸ਼ਨ ਦੀ ਕੋਈ ਆਊਟਪੁੱਟ ਨਹੀਂ ਆ। ਦੈਨ ਜੇ ਬੱਚੇ 1 ਦੇ ਉੱਪਰ ਕੋਈ ਆਊਟਪੁੱਟ ਨਹੀਂ ਹੈਗੀ ਤੇ ਆਪਾਂ ਦੇਖਦੇ ਸੀ ਕਿ 1 ਦੇ ਵੈਰੀ ਕਲੋਜ਼ ਤੇ ਆਪਾਂ ਚੈੱਕ ਕਰ ਸਕਦੇ ਹਾਂ ਕਿ 1 ਦੇ ਵੈਰੀ ਕਲੋਜ਼ ਇਸ ਫੰਕਸ਼ਨ ਦੀ ਕੀ ਆਊਟਪੁੱਟ ਆਏਗੀ। ਜੋ ਬੱਚੇ 1 ਦੇ ਵੈਰੀ ਕਲੋਜ਼ ਆਊਟਪੁੱਟ ਆਉਂਦੀ ਸੀ ਉਹਨੂੰ ਆਪਾਂ ਨਾਮ ਦੇ ਲਿਮਿਟ ਦਾ, ਤੇ ਉਹ ਬੱਚੇ ਤਾਂ ਹੀ ਆਪਾਂ ਐਗਜ਼ਿਸਟ ਕਰਾਉਂਦੇ ਸੀ ਜੇ ਲੈਫਟ ਹੈਂਡ ਸਾਈਡ ਤੋਂ ਅਪਰੋਚ ਕਰਨ ਤੇ ਵੀ ਫੰਕਸ਼ਨ ਸੇਮ ਵੈਲਿਊ ਵੱਲ ਅਪਰੋਚ ਕਰੇ ਤੇ ਰਾਈਟ ਹੈਂਡ ਸਾਈਡ ਤੋਂ ਅਪਰੋਚ ਕਰਨ ਤੇ ਫੰਕਸ਼ਨ ਸੇਮ ਵੈਲਿਊ ਵੱਲ ਅਪਰੋਚ ਕਰੇ। ਦੈਨ ਆਪਾਂ ਕਹਿੰਦੇ ਸੀ ਕਿ ਜੇ ਫੰਕਸ਼ਨ ਜਿਸ ਵੈਲਿਊ ਵੱਲ ਅਪਰੋਚ ਕਰਦਾ ਪਿਆ ਉਹ ਫੰਕਸ਼ਨ ਦੀ ਕੀ ਹੁੰਦੀ ਸੀ, ਲਿਮਿਟ। ਠੀਕ ਹੈ, ਜਿਵੇਂ ਦੇਖੋ ਗ੍ਰਾਫਿਕਲੀ ਇੱਥੇ ਬੱਚੇ ਦੇਖੀਏ ਆਪਾਂ ਜੇ 1 ਵੈਲਿਊ ਆ ਬੱਚੇ 1 ਦੇ ਉੱਪਰ ਤੇ ਇਹ ਫੰਕਸ਼ਨ ਨਾਟ ਡਿਫਾਈਨ ਆਨਸਰ ਦੇ ਰਿਹਾ, ਬਸ ਆਪਾਂ 1 ਦੇ ਵੈਰੀ ਕਲੋਜ਼ ਫਰੋਮ ਲੈਫਟ ਹੈਂਡ ਸਾਈਡ ਦੇਖਣਾ ਤੇ ਵੈਰੀ ਕਲੋਜ਼ ਫਰੋਮ ਰਾਈਟ ਹੈਂਡ ਸਾਈਡ ਦੇਖਦੇ ਸੀ। ਠੀਕ ਹੈ, ਤੇ ਦੋਨੋਂ ਸਾਈਡ ਤੋਂ ਫੰਕਸ਼ਨ ਜਿਵੇਂ ਆਪਾਂ 1 ਨੂੰ ਫਰੋਮ ਲੈਫਟ ਹੈਂਡ ਸਾਈਡ ਜਾਂ ਫਰੋਮ ਰਾਈਟ ਹੈਂਡ ਸਾਈਡ ਤੋਂ ਅਪਰੋਚ ਕਰਦੇ ਸੀ ਤੇ ਫੰਕਸ਼ਨ ਦੇਖਦੇ ਸੀ, ਜਿਹੜਾ ਫੰਕਸ਼ਨ ਆ fx ਆ ਉਹ ਜਿਸ ਵੈਲਿਊ ਵੱਲ ਅਪਰੋਚ ਕਰਦਾ ਸੀ ਉਸ ਵੈਲਿਊ ਨੂੰ ਆਪਾਂ ਬੱਚੇ ਕੀ ਨਾਮ ਦਿੰਦੇ ਸੀ, ਲਿਮਿਟ ਦਾ। ਠੀਕ ਹੈ, ਹੁਣ ਬੱਚੇ ਆਈ ਥਿੰਕ ਲਿਮਿਟ ਦਾ ਕਨਸੈਪਟ ਤੁਹਾਨੂੰ ਸਾਰਿਆਂ ਨੂੰ ਥੋੜਾ ਯਾਦ ਆ ਗਿਆ ਹੋਵੇਗਾ। ਹੁਣ ਬੱਚੇ ਆਪਾਂ ਕੰਟੀਨਿਊਟੀ ਵੱਲ ਜਿਹੜਾ ਆ ਮੂਵ ਕਰਦੇ ਹਾਂ। ਹੁਣ ਬੱਚੇ ਅਸੀਂ ਸਟਾਰਟ ਕਰਦੇ ਹਾਂ ਆਪਣੇ ਕਨਸੈਪਟ ਕੰਟੀਨਿਊਟੀ ਨੂੰ। ਠੀਕ ਹੈ ਬੱਚੇ, ਪਹਿਲਾਂ ਤੇ ਕੰਟੀਨਿਊਟੀ ਨੂੰ ਸਮਝਦੇ ਹਾਂ ਕਿ ਅਸਲ 'ਚ ਕੰਟੀਨਿਊਟੀ ਹੈ ਕਿ ਥੋੜਾ ਗ੍ਰਾਫਿਕਲੀ, ਫਿਰ ਬੱਚੇ ਆਪਾਂ ਫਾਰਮੂਲੇ ਪੜਾਵਾਂਗੇ ਕਿਵੇਂ ਫੰਕਸ਼ਨਸ ਨੂੰ ਚੈੱਕ ਕਰਨਾ ਕਿ ਉਹ ਕੰਟੀਨਿਊਸ ਹੈ ਕਿ ਜਾਂ ਫਿਰ ਨਹੀਂ। ਠੀਕ ਹੈ ਬੱਚੇ, ਸਟਾਰਟ ਕਰਦੇ ਹਾਂ ਕਿ ਐਗਜ਼ਾਮਪਲ ਦੇ ਨਾਲ ਇਹਨੂੰ ਆਪਾਂ ਸਮਝਦੇ ਹਾਂ, ਗ੍ਰਾਫਿਕਲੀ ਦੇਖਾਂਗੇ ਕੰਟੀਨਿਊਟੀ ਦਾ ਮਤਲਬ ਕੀ। ਵੈਸੇ ਜੇ ਦੇਖਿਆ ਜੇ ਕੰਟੀਨਿਊਟੀ ਤੇ ਉਹਦਾ ਮਤਲਬ ਕੀ ਹੁੰਦਾ, ਜਿਹੜੀ ਚੀਜ਼ ਲਗਾਤਾਰ ਚੱਲ ਰਹੀ। ਠੀਕ ਹੈ, ਕਿਸੇ ਵੀ ਜਗ੍ਹਾ ਤੇ ਰੁਕ ਨਹੀਂ ਰਹੀ, ਕੋਈ ਰੁਕਾਵਟ ਨਹੀਂ ਆ ਰਹੀ ਉਹਨੂੰ ਚੱਲਣ ਦੇ ਵਿੱਚ, ਇਟ ਮੀਨਸ ਉਹ ਕੀ ਆ, ਕੰਟੀਨਿਊਸ ਹੈਗੀ ਆ। ਠੀਕ ਹੈ, ਤੇ ਆਪਾਂ ਫੰਕਸ਼ਨ ਦੇ ਵਿੱਚ ਕਿਵੇਂ ਦੇਖਣਾ ਕਿ ਉਹ ਕੰਟੀਨਿਊਸ ਹੋਣਗੇ, ਥੋੜਾ ਗ੍ਰਾਫਿਕਲੀ ਦੇਖਦੇ ਹਾਂ। ਨੈਕਸਟ ਬੱਚੇ ਆਪਾਂ ਸਿੱਖਾਂਗੇ ਕਿਵੇਂ ਆਪਾਂ ਥਿਓਰੈਟੀਕਲੀ ਇਹਨਾਂ ਨੂੰ ਪ੍ਰੂਵ ਕਰਨਾ ਫੰਕਸ਼ਨ ਨੂੰ ਕੰਟੀਨਿਊਸ। ਠੀਕ ਹੈ ਬੱਚੇ, ਦੇਖੋ ਫੰਕਸ਼ਨ ਆਪਾਂ ਇੱਥੇ ਸਮਝਣ ਵਾਸਤੇ ਇੱਕ ਫੰਕਸ਼ਨ ਦੀ ਐਗਜ਼ਾਮਪਲ ਲਈ ਆ। fx ਬੱਚੇ ਫੰਕਸ਼ਨ ਕਿਵੇਂ ਦਾ ਲਿਆ, ਇਹ ਫੰਕਸ਼ਨ ਹੈ ਜਿਹੜਾ ਸਾਰੇ ਹੀ ਰੀਅਲ ਨੰਬਰ ਦੇ ਉੱਪਰ ਡਿਫਾਈਨਡ ਹੈਗਾ।
ठीक है। मीनस जे एक्स की वैल्यू ग्रेटर दैन 0 हो तां भी फंक्शन का कोई ना कोई आंसर आ रहा, जे लैस दैन इक्वल टू 0 है फंक्शन इनपुट है तां भी कोई ना कोई आंसर आ रहा है, ठीक है। वैसे आप इसका ग्राफ ड्रॉ करके देखते हैं कि ग्राफिकली आप किवें ड्रॉ करिए। देखो जे बच्चे आप एक्स की वैल्यू 0 पुट करिए मीनस इनपुट आप बच्चे जो 0 दईए ਜਾਂ बच्चे दईए आप 0 तो लैस, उन्होंने सारिया वैल्यू वास्ते मेरे को फंक्शन का आंसर बच्चे की है 1 है, ठीक है। मीनस मैं सारिया जी वैल्यूज ने लैस दैन इक्वल टू 0 फंक्शन में पुट करांगा, फॉर एग्जांपल 0 पुट करा या फिर 0 माइनस 0.1 पुट करा या फिर माइनस 0.01 या -2 समथिंग कोई वैल्यू पुट करा तो जो फंक्शन आ ਉਹਦਾ बच्चे आंसर मेरे को की आ रहा 1, ਇਹਦਾ मतलब बच्चे ए है, ठीक है। नैक्सट जे वैल्यू मैं x की ग्रेटर दैन 0 मीनस फंक्शन दे विच मैं x की वैल्यू 1 पुट करा 0.1 मतलब पॉजिटिव 0 तो ग्रेटर वैल्यू पुट करा ਜਿਹੜਾ फंक्शन आ ਉਹਦਾ मेरे को आंसर की आ रहा 2 आ रहा। तो ਇਹਦਾ बच्चे जे ਆਪਾਂ ग्राफ ड्रॉ करिए तो किवें ड्रॉ करते हैं, ठीक हो। सारी 0 ਤੇ 0 ਤੋਂ ਲੈਸ ਵਾਸਤੇ मेरे को आंसर की आ रहा है 1 ਤੇ बच्चे इवें ਜਿਹੜਾ ग्राफ ਇਹਦਾ ड्रॉ होएगा, ठीक है। 0 के ऊपर भी आंसर 1 है। नैक्सट 0 तो ग्रेटर सारिया वैल्यूज वास्ते मेरे को फंक्शन आंसर की आ रहा है 2, ठीक है। इनपुट में बच्चे आप एक्स एक्सिस से जो है वो दस रहे हैं तो जी आउटपुट बच्चे आ रही है वाई एक्सिस से आप दस रहे हैं, ठीक है, शो कर रहे हैं। हम देखो 0 तो सारी ग्रेटर वैल्यू वास्ते 0 के उपर तो बच्चे 2 वैल्यू नहीं हैगी, ठीक है। 0 तो की है ग्रेटर, जो 0 के उपर 2 नहीं वैल्यू हैगी तो आप बच्चे गोल सर्कल में एक गैप सिंबल पा के ना डिनोट करते हैं, ठीक है। मतलब कि 0 तो 2 वैल्यू नहीं, 0 तो ग्रेटर सारे ही ਜਿਹੜੇ नंबर्स ने ਉਹਨਾਂ ਦੇ ਉੱਪਰ ਸਾਰੇ ਇਨਪੁਟਸ ਦੇ ਉੱਪਰ ਜਿਹੜੀ ਸਾਡੇ ਕੋਲ ਫੰਕਸ਼ਨ ਦੀ ਵੈਲਿਊ ਕੀ ਆ ਰਹੀ ਆ 2 ਆ ਰਹੀ ਹੈ। ਇਹਦੇ ਵਿੱਚ ਆਪਾਂ ਡਰਾ ਕਰ ਲਿਆ ਗ੍ਰਾਫ, ਠੀਕ ਹੈ। ਹੁਣ ਪਹਿਲਾਂ ਆਪਾਂ ਦੇਖੀਏ ਕਿ ਇੱਥੇ ਕੰਟੀਨਿਊਟੀ ਆਪਾਂ ਕਿਵੇਂ ਚੈੱਕ ਕਰਨਾ ਗ੍ਰਾਫਿਕਲੀ। ਬੱਚੇ ਦੇਖੋ ਕੋਈ ਵੀ ਫੰਕਸ਼ਨ ਹੋਏ ਜਦੋਂ ਤੁਸੀਂ ਉਸ ਫੰਕਸ਼ਨ ਦਾ ਗ੍ਰਾਫ ਬਿਨਾ ਪੈਨ ਚੁੱਕੇ, ठीक है, जो ग्राफ ड्रॉ करते पे हो बिना पेन चुके उसका ग्राफ स्मूथली ड्रॉ कर पा रहे हो, इट मीनस वो फंक्शन की हैगा या कॉन्टीन्यूस हैगा। देखिए भला आप इतने हुण इस फंक्शन का जो ग्राफ हैगा बिना पेन चुके ड्रॉ कर पा रहे हैं। देखो इधरों बच्चे ग्राफ लेके आए आप हुण इस तो अगे जे आप नैक्सट जो ग्राफ का ड्रॉ किया उन्होंने जोड़ना है तो सानू पेन नूं इत्थों चुक के इत्थे ले जाना पेगा। मीनस आप स्मूथली ये नहीं कि ग्राफ नूं ड्रॉ कर पाए, सानू पेन अपना लिफ्ट करना पाया, चुकना पाया पेन। इट मीनस ये बच्चे फंक्शन जिहड़ा कॉन्टीन्यूस नहीं हैगा, ठीक है, ठीक है। जदों भी तुसीं किसी फंक्शन का ग्राफ स्मूथली ड्रॉ कर पाओ बिना पेन चुके ड्रॉ कर पाओ, इट मीनस वो बच्चे फंक्शन की होएगा कॉन्टीन्यूस होएगा। हुण थोड़ा जिहा देखिए कि आपां किहड़े पॉइंट दे उपर इत्थे ग्राफ ड्रॉ कीता सी। देखो बच्चे इत्थे जेकर चैक करिए आपां ते 0 दे लैफ्ट हैंड साइड ते फंक्शन की वैल्यू बच्चे की आ रही सी 1, 0 थोड़ा जिहा आपां जे लैस वैल्यू पुट करते हैं साडा आंसर की आ रहा सी 1, तो जे बच्चे 0 तो ग्रेटर वैल्यू पुट कर रहे हैं साडा बच्चे आंसर की आ रहा सी इत्थे 2 आ रहा सी। इहदा मतलब ते फंक्शन की बच्चे दी वैल्यू 0 के उपर फंक्शन की वैल्यू भी की आ रही सी 1। इट मीनस जे 0 तो लैस आपां लईए ਇਹਦਾ मतलब है कि 0 ਦੇ ਲੈਫਟ ਹੈਂਡ ਸਾਈਡ ਤੋਂ ਜੇ ਆਪਾਂ ਅਪਰੋਚ ਕਰੀਏ 0 ਦੇ ਲੈਫਟ ਹੈਂਡ ਸਾਈਡ ਤੋਂ ਅਪਰੋਚ ਕਰ ਰਹੇ ਸੀ ਫੰਕਸ਼ਨ ਤੇ ਫੰਕਸ਼ਨ ਆਸਰ ਵਿੱਚ ਦੇ ਰਿਹਾ ਸੀ ਸਾਡੇ ਕੋਲ 1। ਜੇ ਬੱਚੇ ਆਪਾਂ 0 ਦੇ ਰਾਈਟ ਹੈਂਡ ਸਾਈਡ ਤੋਂ ਅਪਰੋਚ ਕਰੀਏ मतलब कि ਜੇ ਆਪਾਂ 0 ਤੋਂ ਗ੍ਰੇਟਰ ਵੈਲਿਊ ਕੋਈ ਵੀ ਲੈ ਰਹੇ ਸੀ, ਠੀਕ ਹੈ, ਤੇ ਫੰਕਸ਼ਨ ਬੱਚੇ ਆਨਸਰ ਕੀ ਦੇ ਰਿਹਾ ਸੀ 2। ਇੱਥੇ ਬੱਚੇ ਆਪਾਂ ਇੱਕ ਨੋਟ ਕਰੀ ਚੀਜ਼ कि जे आप 0 ਨੂੰ एक पॉइंट लैके चलीए तो वो बच्चे देखिए जो लैफ्ट हैंड साइड तो अप्रोच करें मीनस वो लैफ्ट हैंड लिमिट बच्चे फंक्शन की आ रही सी 1 आ रही सी, जे आप राइट हैंड लिमिट ली बच्चे वो की आ रही सी 2। मीनस इस फंक्शन के एक चीज़ नोट करने वाली ये हैगी कि फंक्शन कॉन्टीन्यूअस नहीं है, ठीक है, लगातार आप ग्राफ का ड्रॉ नहीं कर पाए। ये नाल दी नाल 0 के उपर जो आप चैक करिए तो लैफ्ट हैंड लिमिट जी वो राइट के इक्वल नहीं सी आ रही, ठीक है। बट जे आप 0 के उपर फंक्शन की वैल्यू कहीए, ठीक है, 0 के उपर फंक्शन की वैल्यू करिए वो की आ रही है साडे कोल 1। 0 के उपर देखो इक्वल टू 0 तो फंक्शन वैल्यू 1 हैगी साडे कोल। फंक्शन की वैल्यू
0 ਦੇ ਉੱਪਰ ਜਿਹੜੀ ਆ ਉਹ 1 ਆ ਰਹੀ ਆ, ਉਹ ਲੈਫਟ ਹੈਂਡ ਲਿਮਟ ਨਾਲ ਮੈਚ ਕਰਦੀ ਪਈ ਆ, ਬਟ ਰਾਈਟ ਹੈਂਡ ਲਿਮਟ ਦੇ ਨਾਲ ਮੈਚ ਨਹੀਂ ਕਰਦੀ ਪਈ। ਠੀਕ ਹੈ, ਜੋ ਤੁਹਾਨੂੰ ਹੁਣੇ ਮੈਂ ਚੀਜ਼ ਦੱਸੀ ਹੋਈ ਆ ਇਹਨੂੰ ਜਸਟ ਥੋੜਾ ਜਿਹਾ ਮਤਲਬ ਯਾਦ ਰੱਖਣਾ, ਕਿਉਂ ਮੈਂ ਦੱਸਿਆ ਹੋਇਆ। ਮੈਂ ਨੈਕਸਟ ਇੱਕ ਹੋਰ ਐਗਜ਼ਾਮਪਲ ਲਵਾਂਗਾ, ਉਹਦੇ ਵਿੱਚ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਇੱਥੇ ਮੈਂ ਲੈਫਟ ਹੈਂਡ ਲਿਮਟ, ਰਾਈਟ ਹੈਂਡ ਲਿਮਟ ਤੇ ਜਾਂ ਫੰਕਸ਼ਨ ਦੀ ਵੈਲਿਊ ਨੂੰ ਕਿਉਂ ਇੱਥੇ ਮੈਂ ਤੁਹਾਨੂੰ ਦੱਸਦਾ ਪਿਆ। ਠੀਕ ਹੈ, ਹੁਣ ਬੱਚੇ ਇਹੀ ਫੰਕਸ਼ਨ ਨੂੰ ਆਪਾਂ ਥੋੜਾ ਜਿਹਾ ਹੋਰ ਚੇਂਜ ਕਰਕੇ ਜਿਹੜਾ ਆ ਉਹ ਲਿਖਦੇ ਹਾਂ। ਠੀਕ ਹੈ, ਆਪਾਂ ਇਧਰ ਸਾਈਡ ਦੇ ਫੰਕਸ਼ਨ, ਜਿਵੇਂ ਇਹ ਫੰਕਸ਼ਨ ਲਿਆ ਸੀ, ਇਸੇ ਫੰਕਸ਼ਨ ਥੋੜਾ ਜਿਹਾ ਮੋਲਡ ਕਰਦੇ ਹੋਰ ਐਗਜ਼ਾਮਪਲ ਲੈਣੇ ਆ ਤੇ ਸਮਝਦੇ ਆ ਉਸ ਐਗਜ਼ਾਮਪਲ ਨੂੰ। ਠੀਕ, ਹੁਣ ਦੇਖਿਓ ਬੱਚੇ ਆਪਾਂ ਇੱਥੇ ਫੰਕਸ਼ਨ ਨੂੰ ਥੋੜਾ ਜਿਹਾ ਚੇਂਜ ਕਰਕੇ ਲਿਆ। ਬੱਚੇ ਫੰਕਸ਼ਨ ਕੀ ਆ, ਇਹ ਫੰਕਸ਼ਨ ਸਾਰੇ ਰੀਅਲ ਨੰਬਰ ਦੇ ਗਰੁੱਪ ਵਿੱਚ ਡਿਫਾਈਨਡ ਹੈਗਾ। ਜੇ ਬੱਚੇ ਆਪਾਂ ਕੋਈ ਵੀ ਨੰਬਰ ਵੈਲਿਊ ਜਿਹੜੀ x ਦੀ ਆ ਇਨਪੁਟ ਆਪਾਂ ਬੱਚੇ 0 ਦੇ ਇਕੁਅਲ ਨਹੀਂ ਲੈਂਦੇ, ਮੀਨਸ 0 ਤੋਂ ਜਾਂ ਲੈਸ ਜਾਂ 0 ਤੋਂ ਗ੍ਰੇਟਰ, ਇਕੁਅਲ ਟੂ ਨਾ ਮਤਲਬ ਜਾਂ ਤੋਂ ਲੈਸ ਹੋਏਗੀ ਜਾਂ ਤੋਂ ਗ੍ਰੇਟਰ। ਠੀਕ ਹੈ, ਕੋਈ ਵੈਲਿਊ ਆਪਾਂ ਲੈਣੀ ਹੈ ਤੇ ਫੰਕਸ਼ਨ ਦਾ ਬੱਚੇ ਆਨਸਰ ਕੀ ਹੈਗਾ ਹੈ 1। ਠੀਕ ਹੈ, ਮਤਲਬ कि जे मतलब अपन माइनस वैल्यू ले रहे हैं, फंक्शन आंसर की है इक्वल 1, तो जे बच्चे आप 0 तो ग्रेटर कोई वैल्यू भी 0.1 के ऊपर 0.001 पॉजिटिव वैल्यू 0 तो ग्रेटर ताकि आंसर बच्चे की है साडा 1। बट जे बच्चे आप 0 के ऊपर वैल्यू ले रहे हैं, साडा बच्चे फंक्शन जिहड़ा आ वो आउटपुट वैल्यू की दे रहा सानू इत्थे 2 दे रहा। ठीक है, ये साडा फंक्शन इवें वर्क करता पिया। ठीक है, हुण देखिए आप इस फंक्शन नू ग्राफिकली चेक करते हैं, फील करते हैं कि ये ग्राफ लगातार ड्रॉ करेगा कि नहीं करेगा, जे नहीं करेगा तो फिर किवें वो ड्रॉ कर सकता। ठीक है, देखते हैं। अच्छा देखो, जे 0 तो लैस मीनस सारियां नेगेटिव वैल्यू 0 तो लैस बच्चे इधर सारे नंबर्स होंगे, सारियां नेगेटिव वैल्यू वास्ते इहदा बच्चे जिहड़ा आंसर हैगा साडे कोल 1 मीनस 0 के उपर तो 1 वैल्यू नहीं हैगी, 0 तो लैफ्ट हैंड साइड ते 0 के उपर वैल्यू साडे कोल 1 नहीं हैगी, तो आप इतने गोल सर्कल लगा लेने हैं, विचों बच्चे इन्हों एम्प्टी रखते हैं। ठीक है, इसका मतलब है कि 0 के उपर 1 वैल्यू नहीं है, 0 तो लैफ्ट कोई भी नंबर पुट करांगे साडा आंसर क्या आएगा 1 आएगा। बच्चे इधर ग्राफ ड्रॉ करांगे सीधा। ठीक है, नेक्स्ट 0 तो ग्रेटर वैल्यू वास्ते नॉट इक्वल टू 0 मींस 0 तो लैस वो भी नॉट इक्वल टू 0 आ, तो 0 तो ग्रेटर वैल्यू वो भी नॉट इक्वल टू 0, ਉਹਦੇ ਵਾਸਤੇ भी साडे कोल ਜਿਹੜਾ आंसर हैगा वो की आ रहा है बच्चे 1। ਇਹਦਾ ग्राफ की जाएगा राइट हैंड साइड ਦਾ ग्राफ जाएगा। ठीक है, ਇਹ ਬੱਚੇ ਆਪਾਂ x not equal to 0 ਦੇ ਉੱਪਰ ग्राफ ड्रॉ कर लिया। नेक्स्ट बच्चे x equal to 0, ਜੇ x ਦੀ ਵੈਲਿਊ 0 ਆ ਤਾਂ ਬੱਚੇ ग्राफ ਕੀ ਆ ਰਿਹਾ ਸਾਡਾ 2 ਆ ਰਿਹਾ। ਆ ਬੱਚੇ ਪੁਆਇੰਟ ਹੈ, ਸਿੰਪਲ ਇੱਕ ਪੁਆਇੰਟ ਹੈ ਕਿ ਸਾਡੇ ਕੋਲੋਂ ਪੁਆਇੰਟ ਰਿਪਰੈਜ਼ੈਂਟ ਕਰਾਂਗੇ ਕਿ x 0 ਤੇ ਸਾਡੇ ਕੋਲ ਫੰਕਸ਼ਨ ਦੀ ਵੈਲਿਊ ਕੀ ਹੈਗੀ 2। ਠੀਕ ਹੈ, ਇਹਨੂੰ ਕਿਵੇਂ ਕਰਾਂਗੇ x 0 ਤੇ ਫੰਕਸ਼ਨ ਦੀ ਬੱਚੇ ਵੈਲਿਊ ਹੈਗੀ 2, 0,2 ਆ ਸਾਡੇ ਕੋਲ ਪੁਆਇੰਟ ਆ ਗਏ। ਠੀਕ ਹੈ, ਹੁਣ कि फिर आप देखिए थे कि इस ग्राफ में आप स्मूथली ड्रॉ कर पाए। मैं इतों बच्चे ड्रॉ करता पाया, देखो इतों तक तो स्मूथली गया, बट सारियां लैस वैल्यू वास्ते एक्स दियां मेरे को फंक्शन की वैल्यू 1 आ रही है, बट 0 के उपर मेरे को 1 वैल्यू तो नहीं हैगी। इट मीनस जे मैनू इतों फिर 0 तो ग्रेटर सारियां वैल्यू वास्ते मेरे को फंक्शन जो आया वो आउटपुट की दे रहा 1 दे रहा। इतों जो बच्चे इतने जाना है तो मैं सीधा नहीं जा सकता, क्योंकि 0 के उपर मेरे को ब्रेक है, क्योंकि 0 के उपर वैल्यू 1 नहीं है, वो वैल्यू क्या है 2 हैगी है। इट मीनस मैनू अगे जाने वास्ते अपने पेन नू किया चुकना पेगा, फिर अगे रख के मैं स्मूथली जो ड्रॉ करांगा। इट मीनस मैनू पूरी डोमेन दे विच जो फंक्शन का मैं ग्राफ ड्रॉ किया, किसी ना किसी पॉइंट जाके फिर मैनू किया उसका पेन अपना चुक के ड्रॉ करना पाया, मीनस मैं लगातार ड्रॉ नहीं कर पाया। इसका मतलब है कि बच्चे ये फंक्शन जोड़ा है वो कंटीन्यूअस नहीं हैगा। ठीक है, इस करके ਜਦੋਂ ਵੀ ਕਿਸੇ ਫੰਕਸ਼ਨ ਦੇ ਗ੍ਰਾਫ ਨੂੰ ਡਰਾ ਕਰੋ ਤੇ ਬੱਚੇ ਜੇ ਉਹਦਾ ਗ੍ਰਾਫ ਸਮੂਥਲੀ ਡਰਾ ਨਾ ਹੋਏ, ਠੀਕ ਹੈ, ਪੈਨ ਚੁੱਕਣਾ ਪੈ ਜੇ ਕਿਸੇ ਨਾ ਕਿਸੇ ਜਾਨ ਡੋਮੇਨ ਦੇ ਪੁਆਇੰਟ ਤੇ ਜਾ ਕੇ, ਇਟ ਮੀਨਸ ਜਿਹੜਾ ਫੰਕਸ਼ਨ ਹੈ ਉਹ ਕੰਟੀਨਿਊਸ ਨਹੀਂ ਹੈਗਾ। ਠੀਕ ਹੈ, ਹੁਣ ਥੋੜਾ ਜਿਹਾ ਆਪਾਂ ਫੇਰ ਜਿੱਦਾਂ ਲਿਮਟ ਦਾ ਕਨਸੈਪਟ ਪਿੱਛੇ ਆਪਾਂ ਥੋੜਾ ਜਿਹਾ ਐਗਜ਼ਾਮਪਲ ਚ ਕੀਤਾ ਸੀ, ਇੱਥੇ ਵੀ ਦੇਖੀਏ। ਮੈਂ ਮੰਨ ਲਓ ਡੋਮੇਨ ਦਾ ਪੁਆਇੰਟ ਇੱਥੇ 0 ਦੇ ਉੱਪਰ ਹੀ ਆਪਾਂ ਪਾਰਟੀਸ਼ਨ ਕਰਦੇ ਪਏ ਨਾ, 0 ਤੋਂ ਲੈਸ ਜਾਂ 0 ਤੋਂ ਗ੍ਰੇਟਰ। ਮੈਂ ਮੰਨ ਲਿਆ ਪੁਆਇੰਟ 0 ਲੈ ਲੈਣਾ। ਬੱਚੇ ਜੀ ਦੇਖੋ 0 ਤੇ ਲੈਫਟ ਹੈਂਡ ਸਾਈਡ ਤੇ ਦੇਖੋ आंसर क्या आ रहा है 1, वेरी क्लोज टू 0 या लेफ्ट हैंड साइड से ताकि आंसर क्या होगा बच्चे 1 ही आऊगा। मतलब जे माइनस 0.001 पुट करा ताकि बच्चे आंसर क्या होगा 1 ही आऊगा। 0 दे इक्वल टू आ 0 तो लेस भावें वेरी क्लोज टू 0 है ताकि बच्चे आंसर क्या आ रहा 1 आ रहा। ठीक है, इसका मतलब है कि जे बच्चे मैं 0 के ऊपर लेफ्ट हैंड साइड तो अप्रोच करता है, फंक्शन की आउटपुट की आ रही है 1 आ रही है। जे बच्चे मैं 0 के उपर राइट हैंड साइड तो अप्रोच करता है तो फंक्शन बच्चे किधर नूं अप्रोच करता पाया 1 वाल नूं अप्रोच करता पाया।
ਇਹ ਬੱਚੇ ਦੀ ਲੈਫਟ ਹੈਂਡ ਲਿਮਟ ਆ ਗਈ, ਇਹ ਬੱਚੇ ਇਹਨੂੰ ਕਹਿ ਸਕਦੇ ਆਪਾਂ ਆਪਣੀ ਰਾਈਟ ਹੈਂਡ ਲਿਮਟ। ਇਹਦਾ ਮਤਲਬ ਇਹ ਕਿ 0 ਪੁਆਇੰਟ ਦੇ ਉੱਪਰ ਡੋਮੇਨ ਦਾ ਇੱਕ ਪੁਆਇੰਟ 0 ਲਿਆ, ਉਹਦੇ ਉੱਪਰ ਜੇ ਲੈਫਟ ਹੈਂਡ ਸਾਈਡ ਤੋਂ ਅਪਰੋਚ ਕਰੀਏ ਫੰਕਸ਼ਨ 1 ਨੂੰ ਅਪਰੋਚ ਕਰਦਾ ਪਿਆ, ਜੇ ਰਾਈਟ ਹੈਂਡ ਸਾਈਡ ਤੋਂ ਅਪਰੋਚ ਕਰੀ ਤਾਂ ਹੀ ਫੰਕਸ਼ਨ 1 ਨੂੰ ਅਪਰੋਚ ਕਰਦਾ। ਮੀਨਸ ਫੰਕਸ਼ਨ ਦੀ ਲਿਮਟ ਕੀ ਆ ਰਹੀ ਹੈ, ਕਹੇ ਇੱਥੇ 1 ਆ ਰਹੀ ਆ, ਤੇ ਲੈਫਟ ਹੈਂਡ ਲਿਮਟ ਦੇ ਬੱਚੇ ਆ ਰਹੀ ਇਕੁਅਲ ਟੂ ਰਾਈਟ ਹੈਂਡ ਲਿਮਟ ਦੇ। ਪ੍ਰੋਬਲਮ ਕਿੱਥੇ ਆ ਰਹੀ ਆ ਕਿ ਫੰਕਸ਼ਨ ਦੀ ਜਿਹੜੀ ਵੈਲਿਊ ਆ, ਫੰਕਸ਼ਨ ਦੀ ਵੈਲਿਊ 0 ਦੇ ਉੱਪਰ ਉਹ ਸਾਡੇ ਕੋਲ ਕੀ ਆ 1 ਦੇ ਇਕੁਅਲ ਨਹੀਂ ਆ ਰਹੀ। ਤੇ ਜੇ ਬੱਚੇ ਫੰਕਸ਼ਨ ਦੀ ਵੈਲਿਊ ਵੀ 0 ਦੇ ਉੱਪਰ ਜਿਹੜੀ ਵੈਲਿਊ ਫੰਕਸ਼ਨ ਦੀ 1 ਆ ਜੇ ਤੇ ਕੀ ਫਿਰ ਇਹ ਫੰਕਸ਼ਨ ਜਿਹੜਾ ਆ ਉਹਦਾ ਗ੍ਰਾਫ ਕੰਟੀਨਿਊਸ ਨਹੀਂ ਹੋਊਗਾ, ਲਗਾਤਾਰ ਨਹੀਂ ਚੱਲੂਗਾ। ठीक है, देखो फिर दोबारा लेफ्ट हैंड लिमिट राइट दे इक्वल आ गई, ठीक है। फंक्शन दी वैल्यू इत्थे डिफरेंट आ रही सी, फंक्शन दी वैल्यू जे मैं डोमेन दा पॉइंट 0 लिया उत्ते लेफ्ट हैंड लिमिट ते राइट हैंड लिमिट चेक कीती सेम आ गई, फंक्शन दी वैल्यू डिफरेंट सी, साडा ग्राफ स्मूथली नहीं गया। बट जे सपोज करो मैं फंक्शन नूं चेंज कर दिना x इज इक्वल टू 0 ते भी जे वैल्यू 1 आउंदी आ then x equal to 0 ਤੇ ਵੈਲਿਊ ਬੱਚੇ ਕੀ ਆ ਜੂਗੀ ਫਿਰ ਇੱਥੇ 1 ਤੇ ਕੀ ਜਿਹੜਾ ਇਹ ਗ੍ਰਾਫ ਹੈਗਾ ਆ ਫਿਰ ਇਹ ਲਗਾਤਾਰ ਨਹੀਂ ਚੱਲੇਗਾ, ਫਿਰ ਬਿਨਾ ਪੈਨ ਚੁੱਕੇ ਆਪਾਂ ਡਰਾ ਕਰ ਸਕਦੇ ਨਾ, ਦੇਖ ਲਓ, ਠੀਕ ਹੈ। ਇਹਦਾ ਮਤਲਬ ਇਹ ਕਿ ਫੰਕਸ਼ਨ ਦਾ ਕੰਟੀਨਿਊਸ ਹੋਣਾ ਉਹਦੀ ਡੋਮੇਨ ਤੇ ਕਿਸੇ ਵੀ ਪੁਆਇੰਟ ਤੇ ਆਪਾਂ ਚੈੱਕ ਕਰਦੇ ਆ ਕਿ ਫੰਕਸ਼ਨ ਕੰਟੀਨਿਊਸ ਹੈ ਕਿ ਨਹੀਂ, तो अपनी डोमेन ਦੇ ਕਿਸੇ ਵੀ ਇੱਕ ਪੁਆਇੰਟ ਤੇ ਕੰਟੀਨਿਊਸ ਬੱਚੇ ਕਦੋਂ ਹੋਏਗਾ, ਜਦੋਂ ਉਹਦੀ ਲੈਫਟ ਹੈਂਡ ਲਿਮਟ इक्वल टू होएगी बच्चे ओदी राइट हैंड लिमिट ते जेड़े पॉइंट ते बच्चे आपां ओदी फंक्शन कंटीन्यूअस चेक करते पे आ उसे पॉइंट ते फंक्शन दी वैल्यू भी की होनी चाहिए आ उन्हां लिमिट दे इक्वल ही होनी चाहिए आ, दैन ही आपां कह सकते हैं फंक्शन की आ कंटीन्यूअस। ठीक है, ये बच्चे ग्राफिकली ते इसे चीज तो बच्चे दी डेफिनेशन जड़ी है निकल के आऊगी कि फंक्शन कंटीन्यूअस कदों होएगा, जदों बच्चों दी लेफ्ट हैंड लिमिट इक्वल टू होएगी राइट हैंड लिमिट दे ते ओ जिस पॉइंट ते आपां बच्चे लिमिट चेक करते पे हैं उसे पॉइंट ते फंक्शन दी वैल्यू भी की मैच करनी चाहिए आ लिमिट्स दे नाल। ठीक है, दैन ही आपां कह सकते हैं फंक्शन जिहड़ा की होएगा कंटीन्यूअस होएगा। ओदे बच्चे तुहानूं ग्राफिकली मैं एग्जांपल देती हां। ठीक है, 0 दे ऊपर जे लेफ्ट हैंड साइड तो देखिए 1 वैल्यू आ रही है, राइट हैंड साइड अप्रोच करता भी 1 वैल्यू आ रही है, तो जे फंक्शन दी 0 के ऊपर भी 1 वैल्यू आ जाए देन 0 के ऊपर फंक्शन की होएगा बच्चे कंटीन्यूअस होएगा। ठीक है, इसी बच्चे साडा कंटीन्यूटी दा ग्राफिकली कांसेप्ट कि डोमेन दे किसी भी पॉइंट ते चेक करना फंक्शन कंटीन्यूअस, तो बच्चे किवें चेक करना, सिंपली ਉਹਦਾ ग्राफ ड्रॉ कर लो, जे ਉਹਦਾ ग्राफ स्मूथ ही बिना पेन चुके ड्रॉ कर सकते हो, इट मीनस फंक्शन बच्चे की हैगा कंटीन्यूअस। ते फंक्शन बच्चे हुण आपां चेक करना कि कंटीन्यूअस कदों होएगा। इत्थे बच्चे आपां समझिया कि फंक्शन जे कंटीन्यूअस नहीं हैगा तो एक ही केस कंटीन्यूअस बच्चे हो सकता, डोमेन के किसी भी पॉइंट ते जो फंक्शन चेक करना तो बच्चे कंटीन्यूअस तां ही हो सकदा जदों ਉਹਦੀ बच्चे लेफ्ट हैंड लिमिट जिस पॉइंट ते चेक कर रहे हैं बच्चे वो लेफ्ट हैंड साइड तो अप्रोच करो, ਉਹਦੇ ਉੱਪਰ राइट हैंड साइड तो अप्रोच करो, दोनों की वैल्यू सेम आए देन उस पॉइंट के उपर भी फंक्शन की वैल्यू बच्चे की होनी चाहिए आ सेम आनी चाहिए, तां ही बच्चे आप कह सकते हैं फंक्शन की होएगा इत्थे कंटीन्यूअस होएगा। ठीक है, हुण बच्चे आप डेफिनेशन वाल मूव करते हैं अपनी कि डेफिनेशन बच्चे कंटीन्यूअस की कहती है। जे बच्चे तुसीं नोट करना तो इनू वीडियो पॉज करके नोट कर सकते। नैक्सट बच्चे देखते हैं आप डेफिनेशन ऑफ कंटीन्यूटी। लेट बच्चे एफ बी आ रियल फंक्शन ऑन आ सबसेट ऑफ द रियल नंबर। उन्हें क्या कि मान लो ਆਪਾਂ एफ फंक्शन लिया आ ਜਿਹੜਾ ਇੱਕ ਰੀਅਲ ਨੰਬਰ ਦਾ ਹੀ ਸਬਸੈਟ ਹੈਗਾ, ਮੀਨਸ ਉਹਦੇ ਡੋਮੇਨ ਦੇ ਵਿੱਚ ਕੀ ਆ ਸਾਰੇ ਰੀਅਲ ਨੰਬਰਸ ਹੀ ਹੈਗੇ ਨੇ। ਠੀਕ ਹੈ, ਉਹਦਾ ਇੱਕ ਸਬਸੈਟ ਹੀ ਹੈਗਾ ਆ। ਦੈਨ ਬੱਚੇ ਆਪਾਂ ਕੋਈ ਵੀ ਇੱਕ ਡੋਮੇਨ ਦੇ ਵਿੱਚ ਪੁਆਇੰਟ ਲੈਨੇ ਆ। ਠੀਕ ਹੈ, ਐਂਡ ਏ ਬੀ ਐਨ ਪੁਆਇੰਟ ਇਨ ਦੀ ਡੋਮੇਨ ਆਫ ਐਫ, ਇਹ ਬੱਚੇ ਆਪਾਂ ਕੋਈ ਵੀ ਇੱਕ ਪੁਆਇੰਟ ਲਿਆ ਫੰਕਸ਼ਨ ਦੀ ਡੋਮੇਨ ਦੇ ਵਿੱਚ। ਠੀਕ ਹੈ, ਡੋਮੇਨ ਆਪਾਂ ਸਮਝਦੇ ਨਾ ਡੋਮੇਨ ਕੀ ਹੁੰਦੀ ਹੈ ਕਿ ਬੱਚੇ ਉਹ ਡੋਮੇਨ ਦੇ ਵਿੱਚ ਉਹ ਸਾਰੇ ਪੁਆਇੰਟਸ ਹੁੰਦੇ ਆ ਜਿਨ੍ਹਾਂ ਦੇ ਉੱਪਰ ਫੰਕਸ਼ਨ ਕੀ ਹੁੰਦਾ ਡਿਫਾਈਨ ਹੁੰਦਾ। ਠੀਕ ਹੈ, ਉਹਨੂੰ ਆਪਾਂ ਡੋਮੇਨ ਕਹਿੰਦੇ ਨੇ, ਸਾਰੇ ਪੁਆਇੰਟਸ ਤੇ ਫੰਕਸ਼ਨ ਕੀ ਹੈਗਾ ਡਿਫਾਈਨ। ਬੱਚੇ ਦੇਖੋ ਡੋਮੇਨ ਦੀ ਫੰਕਸ਼ਨ ਦੀ ਡੋਮੇਨ 'ਚ ਆਪਾਂ ਕੋਈ ਪੁਆਇੰਟ A ਲਿਆ, ਉਹ ਕੋਈ ਪੁਆਇੰਟ ਵੀ ਹੋ ਸਕਦਾ ਆ। ਠੀਕ ਹੈ, ਦੈਨ f ਇਜ਼ ਕੰਟੀਨਿਊਅਸ ਐਟ A ਇਫ, ਹੁਣ ਬੱਚੇ ਡੋਮੇਨ 'ਚ ਕੋਈ ਪੁਆਇੰਟ A ਲਿਆ ਫੰਕਸ਼ਨ ਦਾ ਤੇ ਬੱਚੇ ਉਸ A ਪੁਆਇੰਟ ਦੇ ਉੱਪਰ ਫੰਕਸ਼ਨ ਤਾਂ ਹੀ ਕੰਟੀਨਿਊਅਸ ਹੋਏਗਾ, ਉਹਦੇ ਵਾਸਤੇ ਬੱਚੇ ਕਿਹੜੀ ਕੰਡੀਸ਼ਨ ਜਿਹੜੀ ਆ ਉਹ ਸੈਟੀਸਫਾਈ ਹੋਣੀ ਜ਼ਰੂਰੀ ਆ। ਲਿਮਿਟ x अप्रोचेस टू fx, ਇਹਦਾ ਮਤਲਬ ਕੀ ਆ ਕਿ ਫੰਕਸ਼ਨ ਦੀ ਲਿਮਿਟ ਜਿਵੇਂ ਆਪਾਂ ਉਹਨੂੰ x ਤੇ ਅਪਰੋਚ ਕਰਦੇ ਆ ਉਹ ਕਿਹਦੇ ਇਕੁਅਲ ਹੋਣੀ ਚਾਹੀਦੀ ਆ ਵੈਲਿਊ ਆਫ ਫੰਕਸ਼ਨ ਐਟ ਦੈਟ ਪੁਆਇੰਟ। ਮਤਲਬ ਕਿ ਜੇ ਆਪਾਂ a ਦੇ ਉੱਪਰ ਫੰਕਸ਼ਨ ਨੂੰ ਅਪਰੋਚ ਕਰਦੇ ਆ, a ਦੇ ਉੱਪਰ ਅਪਰੋਚ ਕਰਦੇ ਆ ਤੇ ਜੋ ਫੰਕਸ਼ਨ ਦੀ ਲਿਮਿਟ ਆਏਗੀ
ਉਹ ਬੱਚੇ ਲਿਮਟ ਸੇਮ ਹੋਣੀ ਚਾਹੀਦੀ ਆ ਜੇ a ਨੂੰ ਡਾਇਰੈਕਟ ਆਪਾਂ ਫੰਕਸ਼ਨ ਦੇ ਵਿੱਚ ਪੁੱਟ ਕਰਦੇ ਆ ਤਾਂ ਜੋ ਫੰਕਸ਼ਨ ਦੀ ਵੈਲਿਊ ਆਏ। ਇਹਦਾ ਮਤਲਬ ਕਿ ਲਿਮਟ ਆਫ ਫੰਕਸ਼ਨ ਤੇ ਵੈਲਿਊ ਆਫ ਫੰਕਸ਼ਨ ਉਸ ਪੁਆਇੰਟ ਤੇ ਜਿਹੜੇ ਪੁਆਇੰਟ ਤੇ ਆਪਾਂ ਚੈੱਕ ਕਰਦੇ ਪਏ ਕੰਟੀਨਿਊਟੀ ਦੋਨਾਂ ਦੀ ਬੱਚੇ ਵੈਲਿਊ ਕੀ ਹੋਣੀ ਚਾਹੀਦੀ ਹੈ ਸੇਮ। ਜੇ ਸੇਮ ਆਉਂਦੀ ਆ ਦੈਨ ਹੀ ਆਪਾਂ ਕਹਿ ਸਕਦੇ ਆ ਫੰਕਸ਼ਨ ਕੀ ਹੈਗਾ ਕੰਟੀਨਿਊਸ। ਤੇ ਬੱਚੇ ਹੁਣ ਅਸੀਂ ਗ੍ਰਾਫਿਕਲੀ ਵੀ ਇਹ ਚੀਜ਼ ਦੇਖੀ ਕਿ ਜਿਵੇਂ ਆਪਾਂ 0 ਦੇ ਉੱਪਰ ਦੇਖਿਆ ਸੀ 0 ਤੇ ਲੈਫਟ ਹੈਂਡ ਸਾਈਡ ਤੇ ਵੀ ਆਨਸਰ 1 ਆ ਰਿਹਾ ਸੀ 0 ਦੇ ਰਾਈਟ ਹੈਂਡ ਸਾਈਡ ਤੇ ਵੀ ਆਨਸਰ 1 ਮੀਨਸ ਲੈਫਟ ਹੈਂਡ ਲਿਮਟ ਵੀ ਬੱਚੇ ਕੀ ਆ ਰਹੀ ਸਾਡੀ ਉੱਤੇ 1 ਆ ਰਹੀ ਸੀ ਰਾਈਟ ਹੈਂਡ ਲਿਮਟ ਬੱਚੇ ਕੀ ਆ ਰਹੀ ਸਾਡੀ 1 ਆ ਰਹੀ ਸੀ ਠੀਕ ਹੈ। ਬਟ ਫੰਕਸ਼ਨ ਦੀ ਵੈਲਿਊ 0 ਤੇ 2 ਆ ਰਹੀ ਸੀ ਦੈਨ ਫੰਕਸ਼ਨ ਸਮੂਥਲੀ ਡਰਾ ਨਹੀਂ ਕਰ ਪਾਏ। ਜੇ ਆਪਾਂ ਉੱਤੇ ਫੰਕਸ਼ਨ ਦੀ ਵੈਲਿਊ 0 ਤੇ ਵੀ 1 ਲੈ ਲਈ ਇਟ ਮੀਨਸ ਫਿਰ ਫੰਕਸ਼ਨ ਕੀ ਹੋ ਗਿਆ ਸੀ ਕੰਟੀਨਿਊਸ। ਇਹਦਾ ਮਤਲਬ ਕੀ ਹੋਇਆ ਕਿ ਲੈਫਟ ਹੈਂਡ ਲਿਮਟ ਵੀ ਬੱਚੇ ਸੇਮ ਆਈ ਰਾਈਟ ਹੈਂਡ ਲਿਮਟ ਵੀ ਸੇਮ ਮੀਨਸ ਲਿਮਟ 1 ਆ ਰਹੀ ਆ ਤੇ ਫੰਕਸ਼ਨ ਦੀ ਵੈਲਿਊ ਵੀ 0 ਤੇ ਕੀ ਆ ਰਹੀ ਸੀ ਬੱਚੇ 1 ਆ ਰਹੀ ਸੀ ਇਟ ਮੀਨਸ ਫੰਕਸ਼ਨ ਫਿਰ ਕੀ ਹੋ ਗਿਆ ਕੰਟੀਨਿਊਸ। ਤੇ ਬੱਚੇ ਇਹ ਸਾ ਡੈਫੀਨੇਸ਼ਨ ਕੰਟੀਨਿਊਟੀ ਦੀ ਹੈਗੀ ਆ ਕਿ ਜੇ ਬੱਚੇ ਫੰਕਸ਼ਨ ਕੰਟੀਨਿਊਸ ਤਾਂ ਹੀ ਹੋਏਗਾ ਜੇ ਲਿਮਟ ਆਫ ਫੰਕਸ਼ਨ ਜਿਸ ਪੁਆਇੰਟ ਤੇ ਚੈੱਕ ਕਰੇ ਕੰਟੀਨਿਊਟੀ ਲਿਮਟ ਫੰਕਸ਼ਨ ਦੀ ਤੇ ਵੈਲਿਊ ਫੰਕਸ਼ਨ ਬੱਚੇ ਸੇਮ ਆਏ। ਹੁਣ ਲਿਮਟ ਬੱਚੇ ਜਿਹੜੀ ਆ ਉਹ ਐਗਜ਼ਿਸਟ ਕਦੋਂ ਕਰਦੀ ਹੈ ਜਾਂ ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਆ ਕਿ ਲੈਫਟ ਹੈਂਡ ਲਿਮਟ ਰਾਈਟ ਹੈਂਡ ਲਿਮਟ ਦੋਨੋਂ ਬੱਚੇ ਕੀ ਆਉਣੀ ਚਾਹੀਦੀਆਂ ਨੇ ਇਕੁਅਲ। ਤੇ ਜਿਸ ਪੁਆਇੰਟ ਤੇ ਬੱਚੇ ਆਪਾਂ ਲਿਮਟ ਚੈੱਕ ਕਰਦੇ ਪਏ ਆ ਫੰਕਸ਼ਨ ਦੀ ਵੈਲਿਊ ਵੀ ਉਸ ਪੁਆਇੰਟ ਤੇ ਬੱਚੇ ਕੀ ਹੋਣੀ ਚਾਹੀਦੀ ਆ ਇਹਨਾਂ ਲਿਮਟ ਦੇ ਇਕੁਅਲ ਹੀ ਆਉਣੀ ਚਾਹੀਦੀ ਆ। ਜੇ ਬੱਚੇ ਇਹ ਸਾਰੀ ਵੈਲਿਊਜ਼ ਇਕੁਅਲ ਆ ਰਹੀਆਂ ਨੇ ਦੈਨ ਆਪਾਂ ਕਹਿ ਸਕਦੇ ਆ ਫੰਕਸ਼ਨ ਕੀ ਹੈਗਾ ਬੱਚੇ ਕੰਟੀਨਿਊਸ ਹੈਗਾ ਆ ਠੀਕ ਹੈ। ਲੈਫਟ ਹੈਂਡ ਲਿਮਟ ਰਾਈਟ ਹੈਂਡ ਲਿਮਟ ਦੋਨੋਂ ਇਕੁਅਲ ਹੋਣਗੇ ਆਪਾਂ ਕਹਾਂਗੇ ਲਿਮਟ ਐਗਜ਼ਿਸਟ ਕਰ ਗਈ ਠੀਕ ਹੈ। ਤੇ ਜੇ ਜੋ ਬੱਚੇ ਸਾਡੀ ਲਿਮਟ ਆ ਰਹੀ ਜਿਸ ਪੁਆਇੰਟ ਤੇ ਕੰਟੀਨਿਊਟੀ ਚੈੱਕ ਕਰਦੇ ਪਏ ਆ ਫੰਕਸ਼ਨ ਦੀ ਵੈਲਿਊ ਬੱਚੇ ਜੇ ਸੇਮ ਆ ਗਈ ਦੈਨ ਆਪਾਂ ਕਹਾਂਗੇ ਫੰਕਸ਼ਨ ਕੀ ਹੈਗਾ ਆ ਕੰਟੀਨਿਊਸ ਹੈ ਠੀਕ ਹੈ। ਹੁਣ ਬੱਚੇ ਆਪਾਂ ਨੈਕਸਟ ਕੁਝ ਐਗਜ਼ਾਮਪਲਸ ਜਿਹੜੀਆਂ ਨੇ ਉਹ ਕਰਦੇ ਆ। ਉਸ ਤੋਂ ਪਹਿਲਾਂ ਆਪਾਂ ਇਹ ਚੈੱਕ ਕਰਦੇ ਕਿ ਜੇ ਫੰਕਸ਼ਨ ਕੰਟੀਨਿਊਸ ਹੈ ਠੀਕ ਹੈ ਬਟ ਜੇ ਫੰਕਸ਼ਨ ਕਿਹੜੇ ਕੇਸਸ ਦੇ ਵਿੱਚ ਕੰਟੀਨਿਊਸ ਨਹੀਂ ਹੋਏਗਾ ਮੀਨਸ ਜੇ ਫੰਕਸ਼ਨ ਕੰਟੀਨਿਊਸ ਨਹੀਂ ਤਾਂ ਆਪਾਂ ਬੱਚੇ ਕੀ ਨਾਮ ਦਵਾਂਗੇ ਡਿਸਕੰਟੀਨਿਊਸ ਦਾ ਠੀਕ ਹੈ। ਤੇ ਕਿਹੜੇ ਕੇਸਸ ਹੋਣਗੇ ਜਿਨ੍ਹਾਂ ਦੇ ਉੱਪਰ ਫੰਕਸ਼ਨ ਜਿਹੜਾ ਆ ਉਹ ਕੰਟੀਨਿਊਸ ਨਹੀਂ ਹੋਏਗਾ ਬੱਚੇ ਉਹਨਾਂ ਨੂੰ ਆਪਾਂ ਥੋੜਾ ਡਿਸਕਸ ਕਰਦੇ ਤੇ ਠੀਕ। ਸਭ ਤੋਂ ਪਹਿਲਾ ਬੱਚੇ ਕੇਸ ਹੋਏਗਾ ਫੰਕਸ਼ਨ ਦੇ ਨਾ ਕੰਟੀਨਿਊਸ ਹੁੰਦੇ ਕੰਟੀਨਿਊਟੀ ਫੰਕਸ਼ਨ ਕੰਟੀਨਿਊਸ ਉਦੋਂ ਹੀ ਹੋਏਗਾ ਜਦੋਂ ਲੈਫਟ ਲਿਮਟ ਰਾਈਟ ਲਿਮਟ ਦੋਨੋਂ ਸੇਮ ਹੋਣ ਤੇ ਫੰਕਸ਼ਨ ਦੀ ਵੈਲਿਊ ਵੀ ਲਿਮਟ ਦੇ ਇਕੁਅਲ ਹੈ ਤਾਂ ਫੰਕਸ਼ਨ ਕੰਟੀਨਿਊਸ ਹੈ। ਦੈਨ ਫੰਕਸ਼ਨ ਡਿਸਕੰਟੀਨਿਊਸ ਕਦੋਂ ਹੋਏਗਾ ਪਹਿਲਾ ਚੀਜ਼ ਇਹ ਹੋਈ ਆ ਕਿ ਮੰਨ ਲਓ ਜਿਹੜੀ ਲੈਫਟ ਹੈਂਡ ਲਿਮਟ ਆ ਉਹ ਐਗਜ਼ਿਸਟ ਹੀ ਨਾ ਕਰੇ ਕਿ ਲੈਫਟ ਹੈਂਡ ਲਿਮਟ ਸਾਡੀ ਫਾਈਂਡ ਹੀ ਨਾ ਹੋਈ ਕਿ ਆਉਟਪੁੱਟ ਸਾਡੀ ਆਈ ਨਾ ਮੇਰੇ ਫੰਕਸ਼ਨ ਇਹ ਲੈਫਟ ਲਿਮਟ ਤਾਂ ਆਪਾਂ a ਨੂੰ ਲੈਫਟ ਹੈਂਡ ਸਾਈਡ ਤੋਂ ਅਪਰੋਚ ਕਰਦੇ ਹੋਏ ਫੰਕਸ਼ਨ ਕਿਸੇ ਇੱਕ ਵੈਲਿਊ ਵੱਲ ਅਪਰੋਚ ਹੀ ਨਾ ਕਰੇ ਮੀਨਸ ਐਗਜ਼ਿਸਟ ਹੀ ਨਾ ਕਰੇ ਇਹ ਵੀ ਕੇਸ ਕੀ ਹੋਏਗਾ ਫੰਕਸ਼ਨ ਡਿਸਕੰਟੀਨਿਊਸ ਹੋਏਗਾ ਜੇ ਲੈਫਟ ਲਿਮਟ ਐਗਜ਼ਿਸਟ ਹੀ ਨਹੀਂ ਕੀਤੀ। ਇਦਾਂ ਹੀ ਬੱਚੇ ਜੇ ਰਾਈਟ ਲਿਮਟ ਮੰਨ ਲਓ ਐਗਜ਼ਿਸਟ ਨਹੀਂ ਕਰਦੀ ਵੀ ਡਸ ਨਾਟ ਐਗਜ਼ਿਸਟ ਤਾਂ ਵੀ ਬੱਚੇ ਆਪਾਂ ਕਹਾਂਗੇ ਕਿ ਜਿਹੜਾ ਫੰਕਸ਼ਨ ਹੈ ਉਹ ਡਿਸਕੰਟੀਨਿਊਸ ਹੈ। ਥਰਡ ਲਿਮਟ ਐਗਜ਼ਿਸਟ ਕਰ ਗਈ ਬਟ ਲੈਫਟ ਹੈਂਡ ਲਿਮਟ ਜਿਹੜੀ ਆ ਮੰਨ ਲਓ ਰਾਈਟ ਦੇ ਇਕੁਅਲ ਨਹੀਂ ਆਈ ਦੋਨੋਂ ਐਗਜ਼ਿਸਟ ਕਰ ਗਈਆਂ ਬਟ ਦੋਨੋਂ ਦੀ ਇਕੁਅਲ ਨਹੀਂ ਹੈਗੀਆਂ ਤਾਂ ਵੀ ਬੱਚੇ ਆਪਾਂ ਕਹਾਂਗੇ ਫੰਕਸ਼ਨ ਕੀ ਹੈਗਾ ਕੰਟੀਨਿਊਸ ਨਹੀਂ ਹੈ ਡਿਸਕੰਟੀਨਿਊਸ ਹੈਗਾ। ਤੇ ਲਾਸਟ ਮੰਨ ਲਓ ਲਿਮਟ ਐਗਜ਼ਿਸਟ ਕਰਦੀ ਪਈ ਆ ਦੋਨੋਂ ਲਿਮਟ ਇਕੁਅਲੀ ਮੰਨ ਲਓ ਹੈਗੀਆਂ ਨੇ ਬਟ ਫੰਕਸ਼ਨ ਦੀ ਵੈਲਿਊ ਜਿਸ ਪੁਆਇੰਟ ਤੇ ਆਪਾਂ ਚੈੱਕ ਕਰਦੇ ਪਏ ਕੰਟੀਨਿਊਟੀ ਬਟ ਫੰਕਸ਼ਨ ਦੀ ਵੈਲਿਊ ਜੇ ਲਿਮਟ ਦੇ ਇਕੁਅਲ ਨਹੀਂ ਆਈ ਦੈਨ ਆਪਾਂ ਕਹਿ ਸਕਦੇ ਹਾਂ ਕਿ ਫੰਕਸ਼ਨ ਕੀ ਹੈਗਾ ਬੱਚੇ ਡਿਸਕੰਟੀਨਿਊਸ ਹੈ ਠੀਕ ਹੈ ਬੱਚੇ। ਇਹ ਸੀ ਬੱਚੇ ਆਪਣਾ ਕੰਟੀਨਿਊਟੀ ਦਾ ਕਨਸੈਪਟ ਉਹਦੀ ਡੈਫੀਨੇਸ਼ਨ ਤੇ ਬੱਚੇ ਇਹ ਡੈਫੀਨੇਸ਼ਨ ਆਪਾਂ ਇਹੀ ਜਿਹੜਾ ਰਿਜ਼ਲਟ ਹੈਗਾ ਇਹਨੂੰ ਆਪਾਂ ਆਪਣੇ ਸਮਝ ਵਿੱਚ ਸ਼ੋ ਕਰਿਆ ਕਰਨਾ ਕਿ ਲੈਫਟ ਹੈਂਡ ਲਿਮਟ ਫੰਕਸ਼ਨ ਦੀ ਰਾਈਟ ਹੈਂਡ ਲਿਮਟ ਜਿਹੜੇ ਪੁਆਇੰਟ ਤੇ ਚੈੱਕ ਕਹਿਣਗੇ ਉਹਨੂੰ ਕੰਟੀਨਿਊਟੀ ਚੈੱਕ ਕਰਨ ਵਾਸਤੇ ਉਹ ਫਾਈਂਡ ਕਰਿਆ ਕਰਾਂਗੇ ਤੇ ਫੰਕਸ਼ਨ ਦੀ ਵੈਲਿਊ ਵੀ ਤੇ ਤਿੰਨੇ ਬੱਚੇ ਇਕੁਅਲ ਆ ਜਾਣੀ ਫੰਕਸ਼ਨ ਕੰਟੀਨਿਊਸ ਆ। ਜੇ ਇਹਨਾਂ ਵਿੱਚ ਕੋਈ ਵੀ ਕੇਸ ਆ ਜਾਂਦਾ ਹੈ then ਫੰਕਸ਼ਨ ਬੱਚੇ ਕੀ ਹੋਏਗਾ ਡਿਸਕੰਟੀਨਿਊਸ ਹੋਏਗਾ ਠੀਕ ਹੈ। ਹੁਣ ਬੱਚੇ ਆਪਣੇ ਕੁਝ ਦੋ ਚਾਰ ਐਗਜ਼ਾਮਪਲਸ ਆਪਾਂ ਇਸ ਲੈਕਚਰ ਦੇ ਵਿੱਚ ਜਿਹੜੀਆਂ ਨੇ ਉਹ ਕਵਰ ਕਰਦੇ ਹਾਂ ਠੀਕ ਹੈ। ਜੇ ਬੱਚੇ ਨੋਟ ਕਰਨਾ ਇਹਨੂੰ ਤੇ ਵੀਡੀਓ ਪੌਜ਼ ਕਰਕੇ ਇਹਨੂੰ ਨੋਟ ਕਰ ਸਕਦੇ ਹੋ। बच्चे स्टार्ट करते अपनी जी फर्स्ट एग्जांपल बच्चे बहुत बेसिक एग्जांपल मैं लेके चल रहा ठीक है सिंपली एग्जांपल तो स्टार्ट किया है ठीक है फिर हौली हौली आप थोड़े अगे अपने टिपिकल सम्स के ऊपर जावांगे। बच्चे को एग्जामिन दी कंटिन्यूटी ऑफ फंक्शन f(x) इज इक्वल टू 2x स्क्वायर माइनस 1 एट x इक्वल टू 3। बच्चे फंक्शन साडे को 2x स्क्वायर माइनस 1 हैगा बच्चे आप x इक्वल टू 3 के ऊपर चेक करना कि साडे को डोमेन दे पॉइंट 3 है कहते हैं फंक्शन कंटिन्यूस है या फिर नहीं। तो बच्चे ऊपर देखो साडी कंटिन्यूटी कि चेक करनी है लैफ्ट लिमिट राइट लिमिट चेक कराएंगे दोनों इक्वल आई हैं
फंक्शन की वैल्यू चैक करा किसी पॉइंट से तीनों बच्चे जो इक्वल आ जाएंगे दैन कहांगे बच्चे फंक्शन क्या है साडा कंटीन्यूअस है। सब तो पहला बच्चे आप स्टार्ट करते हैं लैफ्ट लिमिट तो, ठीक है। साडा बच्चे फंक्शन है इत्थे 2x² -1। बच्चे आप लैफ्ट हैंड लिमिट तो स्टार्ट करते हैं, हम लिखांगे LHL के नाल, ठीक। बच्चे ही अप्रोच करांगे 3 नू फ्रॉम लैफ्ट हैंड साइड से, देखो बच्चे जी 3 नू आप लैफ्ट हैंड साइड तो अप्रोच करते हैं तो बच्चे इतने वैल्यू पर की पुट करनी है 3 तो थोड़ी जी लैस बट वैरी क्लोज टू 3। तो बच्चे इस करके वैल्यू नू डायरैक्ट पुट करना थोड़ा मुश्किल हो जाता कि आप वैरी क्लोज टू 3 वैल्यू जी आ फ्रॉम लैफ्ट हैंड साइड किवें पुट करिए, क्योंकि 2.999 वैल्यू जी क्लोज हो सकती है, 2.999 पर 1000 बार लिख लो वही वैल्यू 3 के क्लोज हो सकती है, ठीक है। आप 3 के इक्वल नहीं वैरी क्लोज वैल्यू पुट करनी फ्रॉम लैफ्ट हैंड साइड। इस करके बच्चे इतने आप यूज की करते हैं एक एनोटेशन आप यूज करते हैं, की करते बच्चे एक्स जी वैल्यू आ वो 3 तो लैस पुट करनी है तो बच्चे फिर आप की करते इतने एक्स नू पुट कर दें, पुट x इज इक्वल टू 3 माइनस h। बच्चे आप x नू की सबस्टिट्यूट कर देने 3 माइनस h वैल्यू सबस्टिट्यूट कर देने। हुण कहोगे 3 माइनस h 3 तो कोई चीज माइनस होंदी पई है बट माइनस वाली चीज बच्चे आप करनी है वो बहुत छोटी करनी, क्योंकि माइनस करने तो बाद जो साडा आंसर आए वो 3 तो लैस होए बट वैरी क्लोज टू 3 होए, ठीक है। तो h जी को वैल्यू आ बच्चे वो 0 तो ग्रेटर है बट h जिहड़ा आ वो 0 दे की बच्चे वैरी क्लोज है, मतलब h की 0 नू अप्रोच करता पिया, ठीक है। तो ये बच्चे करने तो बाद साडा जिहड़ा इत्थे फंक्शन x आ उन्होंने बच्चे आप h विच लै जावांगे, लिमिट जिहड़ी है बच्चे वो भी साडी क्या आ जाएगी x दे विच, दैन बच्चे लैफ्ट हैंड लिमिट साडी कित्थे क्या आ जाएगी, लिमिट h अप्रोचेस 0। नेक्स्ट x से बच्चे पुट करांगे 3 माइनस h² -1। हुण बच्चे की करी आप लिमिट का बच्चे कंसेप्ट पढ़े सी कि लिमिट किवें फाइंड कर सकते हैं, साडे उत्ते तरीके सी फाइंड करन दी कि डायरेक्ट सबस्टिट्यूशन दे नाल फैक्टराइजेशन दे नाल, ठीक है। इत्थे देखो बच्चे जे मैं डायरेक्ट सबस्टिट्यूट भी कर देना तां भी मैनूं कोई प्रॉब्लम नहीं आउंदी, क्योंकि मेरी आउटपुट वैल्यू आ रही है। जे डायरेक्ट सबस्टिट्यूट करन दे नाल कोई डेफिनेट आउटपुट वैल्यू ना आए, नॉट डिफाइन आंसर आ रहा हो, दैन बच्चे आप लिमिट फाइंड करते हैं फैक्टराइजेशन के नाल या फिर रैशनलाइज करते हैं या फिर कुछ स्टैंडर्ड रिजल्ट आप यूज करके लिमिट को फाइंड करते हैं, जो बच्चे आप +1 च पढ़े हुए सी, ठीक है। और देखो इतने डायरेक्ट मैं सबस्टिट्यूट करा मैं पुट करदा h की वैल्यू 0 पुट करांगा 2 × 3 माइनस 0² -1। ये बच्चे आंसर क्या आ गया 3 माइनस 0 3 स्क्वायर बच्चे क्या आ गया 9 2 × 9 -1 तो बच्चे आ गया 18 - 1 इज इक्वल टू 17, ठीक है। ये साड़ी को बच्चे की वैल्यू आ गई है लैफ्ट लिमिट की, वो आ गई है 17। हुण बच्चे देखो नेक्स्ट आप फाइंड करिए राइट हैंड लिमिट, ठीक है। स्टार्ट करते बच्चे राइट हैंड लिमिट तो, राइट हैंड लिमिट, ठीक है। ये देखिए लिमिट x अप्रोचेस टू 3 पॉजिटिव, जो राइट हैंड साइड पे अप्रोच करना ऊपर पॉजिटिव साइन पाइदा है, फंक्शन बच्चा सेम ही आएगा 2x² -1। देखो अपन 3 तो थोड़ी जी ग्रेटर वैल्यू पुट करनी बट वेरी क्लोज टू 3, अपन राइट हैंड साइड तो अप्रोच करते मींस 3 थोड़ी ग्रेटर वैल्यू पुट कर रहे हैं, जो ग्रेटर मींस 3 विच कुछ ऐड करांगे इस बच्चे की आऊगा पुट करांगे अपन इथे x नू 3 + h ते h दी बच्चे वैल्यू आ 0 तो ग्रेटर होएगी ते x बच्चे किन्नू अप्रोच करेगी इथे साडे कोल 0 नू, ठीक है। हुण बच्चे लिमिट भी इथे चेंज होएगी, देखो x किन्नू अप्रोच करता पिया 3 नू, जे x 3 नू अप्रोच करता पिया ते h बच्चे किन्नू अप्रोच करता पिया इथे 0 नू, दैन बच्चे अपन लिमिट जिहड़ी है हुण h विच साडी आ जाएगी इथे लिमिट h अप्रोचेस 0, क्योंकि अपन फंक्शन नू h विच लाए हैं। इतने बच्चे पुट करो 3 + h² -1। फिर सेम बच्चे इतने मैं डायरेक्ट सबस्टिट्यूट कर सकता है लिमिट अपनी नू, h बच्चे इतने 0 पुट कर देंगे मैं 3 + 0² -1। देखो सेम बच्चे वही आंसर आएगा 3 + 0 3 9 2 18 -1 इज इक्वल टू 17। देखो बच्चे लेफ्ट हैंड लिमिट आएगा 17, राइट लिमिट बच्चे क्या आएगा 17। लिमिट एग्जिस्ट कर गई, दोनों लिमिट बच्चे इक्वल आ गई। हुण बच्चे आप फाइंड करांगे फंक्शन की वैल्यू 3 के ऊपर की आउंदी है, ठीक है। फंक्शन की वैल्यू 3 के ऊपर देखो साडा f(x) वैल्यू की है किसी 2x² -1 ते f3 जिथे x आ ओदी जगह ते बच्चे की पुट कर दो 3
ठीक बच्चे आ गया 3 का स्क्वेयर 9, 2 मल्टीप्लाई 9 -1 तो 9 2 18 -1 इज इक्वल टू 17। देखो बच्चे इतने लैफ्ट हैंड लिमिट 3 के ऊपर, राइट हैंड लिमिट 3 के ऊपर ते फंक्शन की वैल्यू 3 के ऊपर, तीनों बच्चे की आ रही ने इक्वल, इंप्लाइज f इज कॉन्टीन्यूअस। ठीक है, देखो बच्चे इसी अपना कॉन्टीन्यूटी का बच्चे कॉन्सैप्ट किवें आपां फंक्शन जिहड़ा आ वो कॉन्टीन्यूअस प्रूफ करना है अपनी डेफिनेशन के अकॉर्डिंग। ठीक है, हुण बच्चे नोट करना तो इन्हूं पॉज करके नोट कर सकते हैं, फिर नैक्सट आप एग्जांपल सॉल्व करते हैं। मैं पुट करदा एच डी और 0 पुट करांगा 2 × 3 - 0 स्क्वेयर -1, ये बच्चे आंसर क्या आ गया 3 - 0 3 स्क्वेयर बच्चे क्या आ गया साडे कोल 9, 2 मल्टीप्लाई 9 -1 तो बच्चे आ गया 18 - 1 इज इक्वल टू 17। ठीक है, ये साड़ी को बच्चे की वैल्यू आ गई है लैफ्ट लिमिट की, वो आ गई 17। हुण बच्चे देखो नैक्सट आप फाइंड करिए राइट हैंड लिमिट। ठीक है, स्टार्ट करते हैं बच्चे राइट हैंड लिमिट तो, राइट हैंड लिमिट। ठीक है, ये देखिए लिमिट x अप्रोचेस टू 3 पॉजिटिव, जो राइट हैंड साइड तो अप्रोच करना ऊपर पॉजिटिव साइन पाइदा है, फंक्शन बच्चा सेम ही आएगा 2x स्क्वायर -1। देखो अपन 3 तो थोड़ी जी ग्रेटर वैल्यू पुट करनी बट वेरी क्लोज टू 3, अपन राइट हैंड साइड तो अप्रोच करते मींस 3 थोड़ी ग्रेटर वैल्यू पुट कर रहे हैं, जो ग्रेटर मींस 3 विच कुछ ऐड करांगे राइट बच्चे की आऊगा पुट करांगे अपन इथे x ਨੂੰ 3 + h ਤੇ h ਦੀ ਬੱਚੇ ਵੈਲਿਊ ਆ 0 ਤੋਂ ਗ੍ਰੇਟਰ ਹੋਏਗੀ ਤੇ x ਬੱਚੇ ਕਿੰਨੂੰ ਅਪਰੋਚ ਕਰੇਗੀ ਇੱਥੇ ਸਾਡੇ ਕੋਲ 0 ਨੂੰ। ਠੀਕ ਹੈ, ਹੁਣ ਬੱਚੇ ਲਿਮਿਟ ਵੀ ਇੱਥੇ ਚੇਂਜ ਹੋਏਗੀ। ਦੇਖੋ x ਕਿੰਨੂੰ ਅਪਰੋਚ ਕਰਦਾ ਪਿਆ 3 ਨੂੰ, ਜੇ x 3 ਨੂੰ ਅਪਰੋਚ ਕਰਦਾ ਪਿਆ ਤੇ h ਬੱਚੇ ਕਿੰਨੂੰ ਅਪਰੋਚ ਕਰਦਾ ਪਿਆ ਇੱਥੇ 0 ਨੂੰ, ਦੈਨ ਬੱਚੇ ਆਪਾਂ ਲਿਮਿਟ ਜਿਹੜੀ ਹੈ ਹੁਣ h ਵਿੱਚ ਸਾਡੀ ਆ ਜਾਏਗੀ ਇੱਥੇ ਲਿਮਿਟ h ਅਪਰੋਚਸ 0, ਕਿਉਂਕਿ ਆਪਾਂ ਫੰਕਸ਼ਨ ਨੂੰ h ਵਿੱਚ ਲੈ ਆਏ ਹਾਂ। ਇੱਥੇ ਬੱਚੇ ਪੁੱਟ ਕਰੋ 3 + h स्क्वायर -1, फिर सेम बच्चे इतने मैं डायरेक्ट सब्सिट्यूट कर सकता है लिमिट अपनी h बच्चे इतने 0 पुट कर दांगा मैं 3 + 0 स्क्वायर -1। देखो सेम बच्चे वही आंसर आएगा 3 + 0 3 स्क्वायर 9 2 18 18 - 1 इज इक्वल टू 17। देखो बच्चे लेफ्ट हैंड लिमिट आई है 17, राइट लिमिट बच्चे की आई है 17, लिमिट एग्जिस्ट कर गई, दोनों लिमिट बच्चे इक्वल आ गई। ਹੁਣ ਬੱਚੇ ਆਪਾਂ ਫਾਈਂਡ ਕਰਾਂਗੇ ਫੰਕਸ਼ਨ ਦੀ ਵੈਲਿਊ 3 ਦੇ ਉੱਪਰ ਕੀ ਆਉਂਦੀ ਹੈ। ਠੀਕ ਹੈ, ਫੰਕਸ਼ਨ ਦੀ ਵੈਲਿਊ 3 ਦੇ ਉੱਪਰ ਦੇਖੋ ਸਾਡਾ fx ਵੈਲਿਊ ਕੀ ਹੈਗੀ ਸੀ 2x ਸਕੁਅਰ -1 ਤੇ f3 ਜਿੱਥੇ x ਆ ਉਹਦੀ ਜਗ੍ਹਾ ਤੇ ਬੱਚੇ ਕੀ ਪੁੱਟ ਕਰ ਦੋ 3, ਇਹ ਬੱਚੇ ਆ ਗਿਆ 3 ਦਾ ਸਕੁਅਰ 9, 2 ਮਲਟੀਪਲਾਈ 9 -1 ਤੇ 9 2 18 -1 ਇਜ਼ ਇਕੁਅਲ ਟੂ 17। ਦੇਖੋ ਬੱਚੇ ਇੱਥੇ ਲੈਫਟ ਹੈਂਡ ਲਿਮਿਟ 3 के ऊपर, राइट हैंड लिमिट 3 के ऊपर ते फंक्शन की वैल्यू 3 के ऊपर, तीनों बच्चे की आ रही ने इक्वल, इंप्लाइज f इज कॉन्टीन्यूअस। ठीक है, देखो बच्चे इसी अपना कॉन्टीन्यूटी का बच्चे कॉन्सैप्ट किवें आपां फंक्शन जिहड़ा आ वो कॉन्टीन्यूअस प्रूफ करना है अपनी डेफिनेशन के अकॉर्डिंग। ठीक है, हुण बच्चे नोट करना तो इन्हूं पॉज करके नोट कर सकते हैं, फिर नैक्सट आप एग्जांपल सॉल्व करते हैं। बच्चे नेक्स्ट एग्जांपल देखिए एग्जामिन द कॉन्टीन्यूटी ऑफ फंक्शन। बच्चे फंक्शन की कॉन्टीन्यूटी आपां चेक करनी है एट x इज इक्वल टू -1 ਤੇ ਬੱਚੇ ਫੰਕਸ਼ਨ ਸਾਨੂੰ ਕਿਵੇਂ ਦਿੱਤਾ ਹੋਇਆ ਦੇਖੋ, ਜੇ ਬੱਚੇ x ਦੀ ਵੈਲਿਊ -1 ਦੇ ਇਕੁਅਲ ਨਹੀਂ ਹੈਗੀ ਦੈਨ ਬੱਚੇ ਆਪਾਂ ਫੰਕਸ਼ਨ ਨੂੰ x ਸਕੁਅਰ -1 को x + 1 ਲੈ ਕੇ ਚੱਲਣਾ। ਜੇ ਬੱਚੇ x ਦੀ ਵੈਲਿਊ -1 ਹੈ ਦੈਨ ਫੰਕਸ਼ਨ ਦੀ ਬੱਚੇ ਆਊਟਪੁੱਟ ਵੈਲਿਊ ਕੀ ਆ ਰਹੀ ਸਾਡੇ ਕੋਲ -2 ਵੈਲਿਊ ਲੈ ਕੇ ਚੱਲਣਾ। ਠੀਕ ਹੈ, ਦੇਖੋ ਬੱਚੇ ਫੇਰ ਸੇਮ ਹੋਈ अपनी डेफिनेशन अकॉर्डिंग देखिए बच्चे आप इतने लैफ्ट लिमिट राइट लिमिट जी वो फाइंड करांगे जो फंक्शन की वैल्यू। तो बच्चे एक चीज देखो इतने फंक्शन की वैल्यू आप -1 से बच्चे लिमिट फाइंड करनी सॉरी -1 से आप चेक करनी कंटिन्यूटी इतने। तो बच्चे -1 के उपर फंक्शन की जी वैल्यू सानू ऑलरेडी गिवन हैगी है। देखो जे x की वैल्यू -1 आप लै रहे हैं तो फंक्शन की बच्चे f(x) की वैल्यू की आ रही है -2 आ रही, मीन साडे कोल एक चीज ते ऑलरेडी गिवन है दैट इज f ऑफ -1 इज इक्वल टू बच्चे की है साडे कोल -2 है इक्वेशन 1 आप मान लेंगे। ठीक है, साडे कोल फंक्शन की वैल्यू गिवन है इत्थे
कि -1 ਦੇ ਉੱਪਰ ਫੰਕਸ਼ਨ ਦੀ ਵੈਲਿਊ ਕੀ ਹੈਗੀ -2। ਹੁਣ ਬਸ फाइंड करना बच्चे की रह गया साडे कोल इत्थे लिमिट, लेफ्ट लिमिट फाइंड करांगे, राइट लिमिट फाइंड करांगे, देखांगे कि दोनों लिमिट भी जिहड़ियां ने वो -2 ਦੇ इक्वल आउंदी है कि जे आ गए then फंक्शन की होएगा कंटीन्यूअस। बच्चे स्टार्ट करते हैं अपन लेफ्ट हैंड लिमिट तो, लेफ्ट हैंड लिमिट, ठीक है। देखो बच्चे लेफ्ट हैंड लिमिट अपन -1 ਨੂੰ अप्रोच करांगे फ्रॉम लेफ्ट हैंड साइड, लिमिट x अप्रोचेस टू -1। बच्चे नेगेटिव साइन मींस अपन लेफ्ट हैंड साइड तो अप्रोच करते पे fx। और देखो बच्चे -1 ਨੂੰ ਲੈਫਟ ਹੈਂਡ ਸਾਈਡ ਤੋਂ ਅਪਰੋਚ ਮੀਨਸ ਆਪਾਂ ਵੈਲਿਊ -1 ਦੇ ਇਕੁਅਲੀ ਪੁੱਟ ਕਰ ਰਹੇ, -1 ਦੇ ਵੈਰੀ ਕਲੋਜ਼ ਕਰ ਰਹੇ ਹਾਂ, ਥੋੜੀ ਜਿਹੀ ਲੈਸ ਵੈਲਿਊ ਪੁੱਟ ਕਰ ਰਹੇ ਹਾਂ ਫਰੋਮ ਲੈਫਟ ਹੈਂਡ ਸਾਈਡ ਤੇ ਨਾਟ ਇਕੁਅਲ ਟੂ -1 ਵਾਲਾ ਕੇਸ ਆਏਗਾ। ਇਹਦੇ ਵਿੱਚ ਫੰਕਸ਼ਨ ਆਪਾਂ ਯੂਜ਼ ਕਰਾਂਗੇ x² -1 ਅਪਨ x + 1। ਹੁਣ ਬੱਚੇ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਵੇਂ ਦੀਆਂ ਐਗਜ਼ਾਮਪਲਸ ਦੇ ਵਿੱਚ ਤੁਸੀਂ ਆਪਣੇ ਬੁੱਕ 'ਚ ਦੇਖੋਗੇ ਤੇ ਉੱਥੇ ਉਹ ਲੈਫਟ ਹੈਂਡ ਲਿਮਿਟ ਨਹੀਂ ਫਾਈਂਡ ਕਰਦੇ ਨਾ ਹੀ ਰਾਈਟ, ਇੱਕ ਸਿੰਗਲ ਲਿਮਿਟ ਲੈ ਕੇ ਚੱਲ ਪੈਂਦੇ ਆ, ਠੀਕ ਹੈ। ਤੇ ਉਹਨੂੰ ਬੱਚੇ ਫਾਈਂਡ ਕਰ ਲੈਂਦੇ ਆ। ਉਹ ਬੱਚੇ ਤਾਂ ਕਰਦੇ ਕਿਉਂਕਿ ਦੇਖੋ ਇੱਥੇ ਜੇ -1 ਦੇ ਇਕੁਅਲ ਵੈਲਿਊ ਨਹੀਂ ਆ ਇਹ ਫੰਕਸ਼ਨ ਲਵਾਂਗੇ ਮੀਨਸ -1 ਦੇ ਇਕੁਅਲ ਨਹੀਂ ਮੀਨਸ ਜੇ ਲੈਸ ਹੈ ਤਾਂ ਵੀ ਇਹੀ ਫੰਕਸ਼ਨ, जे ग्रेटर है तां भी यही फंक्शन, ठीक है। तो दोनों साइड लिमिट साडी इक्वल आएगी, ज़्यादा चांसेस यही उनके, बट तुसी पूरा रूल के अकॉर्डिंग ही चलना है, ठीक है। लैफ्ट लिमिट भी हर फंक्शन दे विच लैफ्ट लिमिट भी फाइंड करनी है, राइट भी फाइंड कर, दोनों लिमिट बच्चे तुसी फाइंड करनियां ने, ठीक है। क्योंकि कुछ सम्स दे विच ते ये चीज़ हो जाती है इक्को लिमिट लैके आपां चलीए मीनस सिर्फ -1 ते अप्रोच करिए साडा आंसर जिहड़ा आ वो आ जाएगा। बट जो मॉडुलस फंक्शन या फिर आपां ग्रेटेस्ट फंक्शन की गल करते हैं उत्थे सानू दोनों लिमिट जिहड़ियां फाइंड करनियां जरूरी होंदियां ने। इस करके आप अपनी डेफिनेशन के उपर ही रहांगे, लैफ्ट लिमिट राइट लिमिट दोनों फाइंड करके दैन फंक्शन की वैल्यू जिहड़ी आ उहदे इक्वल चेक करांगे, ठीक है। स्टार्ट कर देखो बच्चों लैफ्ट हैंड लिमिट देखो -1 के उपर बच्चे लैफ्ट हैंड साइड तो अप्रोच करते हैं। सब तो पहले देखो लिमिट का कॉन्सैप्ट पढ़िया सी कि लिमिट बच्चे किवें आपां फाइंड करनी हुंदी है कि जे बच्चे डायरैक्ट सबस्टिट्यूशन आप अप्लाई कर सकते हैं या फिर जे डायरैक्ट सबस्टिट्यूशन अप्लाई ना होए तो बच्चे फिर की करते हैं आप इत्थे फैक्टराइजेशन जी वो आप कर लेंगे। देखो बच्चे इतने फंक्शन थोड़ा आप सिंपलीफाई करांगे, सिंपल बनाने वास्ते देखो बच्चे इतने फैक्टराइजेशन जी वो यूज हो सकती है क्योंकि फंक्शन साडा इतने ऊपर की लग रहा है x² -1 डेट इज पर a² - b² का बच्चे फॉर्मूला आप अप्लाई कर सकते हैं, ठीक है। नीचे देखो बच्चे देखो फिर कटिंग वगैरह हो जाएगी, फंक्शन थोड़ा जो सिंपलीफाई होकर शॉर्ट आ जाएगा, ठीक है। नेक्स्ट बच्चे ये आप सब तो पहले करांगे लिमिट x अप्रोचेस टू -1 लैफ्ट हैंड साइड तो अप्रोच करते हैं। बच्चे देखो आप लिमिट फाइंड की +1 चौथे ही करते थे अपने इतने ना फैक्टराइजेशन आप करते सी लिमिट के उपर फाइंड कर तो पहले फंक्शन को फैक्टराइज कर लेंगे सी, फंक्शन सिंपल बन जाता सी। यही बच्चे आप सेम इतने अप्लाई करते हैं। उपर बच्चे साडे कोल आ जाएगा इतने a² - b² डेट इज a - b ते a + b, x² - 1² x - 1 x + 1 आ गया, नीचे बच्चे आ गया साडे कोल x + 1, ये बच्चे कैंसल हो गया साडा बच्चे फंक्शन इतने आ गया हुण x - 1, ठीक है। हुण फिर सेम वही जे लैफ्ट हैंड साइड बच्चे अप्रोच करते पे हैं तो इतने x की बच्चे वैल्यू की पुट कर देंगे, पुट x = -1 तो लैस वैल्यू चाहिए है तो बच्चे की करेंगे -1 जो h ਨੂੰ माइनस कर देंगे, ठीक है। वो वैल्यू -1 तो थोड़ी जी लैस हो जाएगी, h बच्चे 0 तो ग्रेटर हैगा तो h अप्रोच करता पे 0 ਨੂੰ, ठीक है। जिवें x अप्रोच करता पे -1 ਨੂੰ बच्चे h किनू अप्रोच करेगा इत्थे 0 ਨੂੰ, दैन साडा बच्चे दा फंक्शन जिहड़ा है वो की चेंज हो गया जाएगा, लिमिट साडी आ जाएगी बच्चे h दे विच। हुण देखो x जगह दे बच्चे की पुट कीता आपां -1 -h -1, ठीक। नैक्सट बच्चे आपां h नूं डायरैक्ट इत्थे 0 पुट कर दांगे, h बटे पुट करांगे आपां इत्थे 0 ते -1 -0 -1 ये बच्चे की आ गया साडे कोल -2 आ गया, ठीक है। साडी बच्चे लैफ्ट हैंड लिमिट की आ गई इत्थे -2 आ गई। हुण बच्चे आपां सेम इदां ही राइट हैंड लिमिट जिहड़ी आ उहनूं फाइंड करते हैं, राइट हैंड लिमिट सेम बच्चे सेम कॉन्सैप्ट x अप्रोचेस टू -1 फ्रॉम राइट हैंड साइड, फंक्शन बच्चे साडे कोल आ जाएगा x अप्रोचेस टू -1 पॉजिटिव x² - 1 अपॉन x + 1, ठीक है। हुण देखो बच्चे फिर सेम वही आपां इहनूं फैक्टराइज पहला कर लेंगे, लिमिट x अप्रोचेस टू -1 पॉजिटिव फैक्टराइजेशन जो पॉसिबल है कि फैक्टराइज कर लो तो बच्चे सेम आ जाएगा x - 1 x + 1 अपॉन बच्चे आ गया साडे कोल x + 1, ठीक है। इतने फिर कैंसल हो गया साडे कोल, इतने आ गया लिमिट x अप्रोचेस टू -1 तो फंक्शन बच्चे आ गया साडे कोल x - 1, ठीक है। फिर बच्चे आप इतने सब्सटीट्यूट करांगे
पुट बच्चे आप कर दिए इतने कर लेना पुट x इज इक्वल टू -1 प्लस h, ठीक है। h बच्चे साडे कोल ग्रेटर दैन 0 आ, h बच्चे किनू अप्रोच करता पिया 0 नूं, ठीक है। साडे कोल जे फंक्शन चेंज होके की आ जाएगा, देखो इत्थे लिमिट आ जाएगी बच्चे साडी h दे विच, ठीक। नैक्सट x पुट करांगे बच्चे -1 प्लस h -1, फिर बच्चे h नूं पुट करांगे 0 -1 प्लस 0 -1 ते -1 माइनस बच्चे की आ गया साडे कोल इत्थे -2। देखो बच्चे फंक्शन की वैल्यू लेफ्ट हैंड लिमिट एंड राइट हैंड लिमिट तीनों बच्चे की आ गया इक्वल, इंप्लाइज f इज कॉन्टिन्यूअस, ठीक है। ये बच्चे आप फंक्शन जो है उन्होंने कॉन्टिन्यूअस प्रूफ करना, ठीक है। तो एग्जाम्पल देखोगे, एग्जाम्पल के बच्चे उत्थे लैफ्ट लिमिट राइट लिमिट फाइंड नहीं करते, सिंपली वो एक ही सिंगल वैल्यू जी वो फाइंड कर लेंगे, सिंगल पॉइंट की लिमिट जी लैफ्ट राइट की बजाय इक्को लिमिट फाइंड कर लेंगे, ठीक है। वैसे वो भी गलत नहीं है, सही है, बट आप लैफ्ट राइट लिमिट दोनों फाइंड करने, क्योंकि सारे सम्स के जो आप चलीए तो यही बच्चे कंसैप्ट आप यूज करके चलना होता, फिर कोई भी कन्फ्यूजन नहीं होएगी, ठीक है। सम नोट करना तो वीडियो पॉज करके जो है नोट कर सकते हो, ठीक है। नैक्सट बच्चे सम देखिए मॉडल्स वाला फंक्शन बच्चे आप लाए थे f(x) बच्चे को mod x के इक्वल है, बच्चे आप क्वांटिटी चेक करनी है कि ऊपर एट x इक्वल टू 0, ठीक है। सेम बच्चे स्टार्ट करते हैं बच्चे लेफ्ट हैंड लिमिट, तो फिर बच्चे लेफ्ट हैंड लिमिट x अप्रोचेस टू 0 फ्रॉम लेफ्ट हैंड साइड f(x) लिमिट x अप्रोचेस 0 फ्रॉम लेफ्ट हैंड साइड, बच्चे फंक्शन साडे कोल आ गए थे mod x, ठीक है। हुण इत्थे कोई फैक्टराइजेशन कुछ नहीं इत्थे बच्चे हो रही, देन आपाने की करना 0 तो थोड़ी जी लैस वैल्यू पुट करनी है, सेम बच्चे वही कंसैप्ट आप बच्चे पुट करांगे इत्थे x नूं सबस्टिट्यूट करांगे 0 - h, क्योंकि 0 तो थोड़ी लैस वैल्यू चाहिए है, 0 बच्चे h आप माइनस कर देने हैं, h ग्रेटर दैन 0 हैगा, h बच्चे किनू अप्रोच करता पिया 0 नूं, देन साडा बच्चे दा फंक्शन पूरा चेंज हो जाएगा। हुण h दे विच लिमिट बच्चे लवांगे आप हुण h दे विच h अप्रोचेस 0, देखो बच्चे यही कांसेप्ट आप लिमिट दा +1 च बहुत बारी कीता, सेम देखो लिमिट का कांसेप्ट सेम वही बच्चे यूज हो रहा जो आप +1 क्लास में आप करते आए, ठीक है। सेम वही चीज़ जी आप इतने यूज करते पे हैं। नैक्सट बच्चा आऊगा 0 - h, देन लिमिट h अप्रोचेस टू 0, बच्चे आ गया -h का मॉडुलस, तो -h का मॉडुलस बच्चे साडे कोल की आ जाएगा h, क्योंकि नेगेटिव नंबर का बच्चे मॉडुलस साडे कोल की हुंदा है, मॉड हटाउने आ ते आंसर बच्चे की आउंदा साडे कोल प्लस दे विच लैके आउंदा, ठीक है। देन h बाय 0 पुट करांगे साडा आंसर की आ जाएगा इत्थे 0, मीन साडी लेफ्ट हैंड लिमिट बच्चे की आ गई इत्थे हुण 0 आई है, ठीक है। नैक्सट बच्चे राइट हैंड लिमिट फाइंड करिए, राइट हैंड लिमिट बच्चे अप्रोच करांगे आप 0 तो फ्रॉम राइट हैंड साइड, लिमिट x अप्रोचेस टू 0 पॉजिटिव mod x, सेम बच्चे हुण 0 तो थोड़ी जी ग्रेटर वैल्यू अपन नूं चाहिदी है, तो 0 तो ग्रेटर 0.0001, ठीक है। इवें आप सबस्टिट्यूट करांगे तो इनू थोड़ा एक वो वैल्यू आप लैनी इत्थे जिहदे नाल की है सारियां वैल्यू नूं सैटिस्फाई कर सके, दैन बच्चे फिर वही सेम जो 0 - h आप 0 लैस वैल्यू लैनी सी, इत्थे 0 तो थोड़ी जी बच्चे आप ग्रेटर वैल्यू लैनी है, दैन आप की यूज करांगे x नूं बच्चे पुट कर देने आप 0 + h, h बच्चे है साडे कोल 0 तो ग्रेटर वैल्यू, h किनू अप्रोच करता पिया 0 नूं, ठीक। नैक्सट बच्चे दा फंक्शन इत्थे की आ जाएगा लिमिट आ जाएगी बच्चे h दे विच h अप्रोचेस 0 + h, ये आ गया बच्चे लिमिट h अप्रोचेस 0 h मॉडुलस, देन बच्चे h का मॉडुलस साडे कोल h ही आ जाएगा, देन 0 पुट कराएंगे साडे बच्चे आंसर की आ गया इत्थे 0, साडे बच्चे राइट हैंड लिमिट देखो वो की आ गई इत्थे 0 आ गई। हुण लास्ट लेफ्ट लिमिट राइट लिमिट दोनों बच्चे की आ रही हैं 0, दोनों इक्वल ने, इसका मतलब लिमिट एग्जिस्ट कर गई है। हुण बच्चे आप नैक्सट आना है अपने फंक्शन की वैल्यू पर कि 0 के ऊपर फंक्शन की वैल्यू भी सेम आउंदी है डिफरेंट आउंदी है, साडा f(x) बच्चे हैगा सी mod x, देन f ऑफ 0 बच्चे की आऊगा मॉडुलस ऑफ 0 इज इक्वल टू 0, देख लो बच्चे फंक्शन की वैल्यू भी 0 ते लिमिट भी 0 ते तीनों चीज़ां बच्चे की आ रही ने सेम, तो बच्चे आप कह सकते हैं f इज कॉन्टिन्यूअस, ठीक है बच्चे। अज बच्चे आप 3 एग्जाम्पल जिहड़ियां ने इस लैक्चर में कवर कीतियां ने, इहदे रिलेटेड बच्चे सम जिहड़े आ वो तुसीं सॉल्व करो एक्सरसाइज दे विच,
ਠੀਕ। ਤੇ ਬੱਚੇ ਨੈਕਸਟ ਲੈਕਚਰ ਦੇ ਵਿੱਚ ਅਸੀਂ ਹੋਰ ਡਿਫਰੈਂਟ ਐਗਜ਼ਾਮਪਲਸ ਕੰਟੀਨਿਊਟੀ ਜਿਹੜੀਆਂ ਸੋਲਵ ਕਰਾਂਗੇ। ਠੀਕ ਹੈ, ਆਪਣਾ ਨੈਕਸਟ ਲੈਕਚਰ ਜਿਹੜਾ ਆ ਉਹ ਬੇਸ ਹੋਏਗਾ ਸਿੰਪਲ ਪੂਰੇ ਸਮਸ ਦੇ ਉੱਪਰ ਹੀ ਬੇਸਡ ਆਪਾਂ ਕਰਾਂਗੇ ਤੇ ਉਹਦੇ ਵਿੱਚ ਡਿਫਰੈਂਟ ਟਾਈਪ ਦੇ ਸਮ ਜਿਹੜੇ ਆਪਾਂ ਸੋਲਵ ਕਰਾਂਗੇ। ਠੀਕ ਹੈ, ਹੋਪ ਕਰਦਾ ਬੱਚੇ ਤੁਹਾਨੂੰ ਅੱਜ ਦਾ ਲੈਕਚਰ ਸਮਝ ਆ ਗਿਆ ਹੋਏਗਾ ਤੇ ਪਸੰਦ ਵੀ ਆਇਆ ਹੋਏਗਾ। ਠੀਕ ਹੈ, ਹੁਣ ਬੱਚੇ ਮਿਲਦੇ ਆ ਨੈਕਸਟ ਲੈਕਚਰ ਦੇ ਵਿੱਚ।